ਵਕਤਨਾਮਾ ਵਿਦ ਗੁਰਭਜਨ ਸਿੰਘ ਗਿੱਲ ਪ੍ਰੋਗਰਾਮ 'ਚ ਬਹੁਤ-ਬਹੁਤ ਸਵਾਗਤ ਕਰਦੇ ਹਾਂ ਦਰਸ਼ਕਾਂ ਦਾ। ਤੇ ਗੁਰਭਜਨ ਜੀ, ਤੁਹਾਡੇ ਆਪਣੇ ਪ੍ਰੋਗਰਾਮ 'ਚ ਤੁਹਾਡਾ ਬਹੁਤ-ਬਹੁਤ ਸਵਾਗਤ। ਬਹੁਤ-ਬਹੁਤ ਸਤਿਕਾਰ ਉਹਨਾਂ ਸਰੋਤਿਆਂ ਲਈ, ਦਰਸ਼ਕਾਂ ਲਈ ਔਰ ਸਟਾਫ ਲਈ ਜਿਹੜੇ ਮੇਰੀ ਗੱਲ ਲੋਕਾਂ ਤੱਕ ਲੈ ਕੇ ਜਾਣਗੇ ਜੀ। ਤੇ ਗੁਰਭਜਨ ਜੀ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਰਕੇਸ਼ ਟਕੈਤ ਦੀ, ਜਿਨ੍ਹਾਂ ਤੇ ਕੱਲ ਹਮਲਾ ਹੋਇਆ, ਉਹਨਾਂ ਦੇ ਕਾਫਲੇ ਤੇ ਹਮਲਾ ਹੋਇਆ। ਇਹ ਸਾਰਾ ਮਾਮਲਾ ਕੀ ਹੈ? ਰਕੇਸ਼ ਟਕੈਤ ਬਾਬਾ ਮਹਿੰਦਰ ਸਿੰਘ ਟਕੈਤ ਦੇ ਸਪੁੱਤਰ ਨੇ, ਜਿਹੜੇ ਯੂਪੀ ਦੇ ਵਿੱਚ ਖਾਸ ਕਰਕੇ ਦੱਖਣੀ ਜ਼ਿਲ੍ਹਾ ਥੋੜਾ ਜਿਹਾ ਹਿੱਸਾ ਛੱਡ ਕੇ ਜਿਹੜਾ ਪੱਛਮੀ ਯੂਪੀ, ਉਹਦੇ ਬਹੁਤ ਹੀ ਵੱਡੇ ਆਗੂ ਸਨ ਕਿਸਾਨ ਲਹਿਰਾਂ ਦੇ। ਔਰ ਇਸ ਵਕਤ ਜਿਹੜੇ ਸਾਡੇ ਸਤਿਕਾਰਯੋਗ ਰਕੇਸ਼ ਟਕੈਤ ਹੋਰੀ ਨੇ, ਉਹ ਉਸ ਦੀ ਅਗਵਾਈ ਕਰ ਰਹੇ ਨੇ ਉਸ ਖਿੱਤੇ ਦੀ ਸਾਰੀ। ਔਰ ਜਿਹੜਾ ਸੰਯੁਕਤ ਕਿਸਾਨ ਮੋਰਚਾ ਉਹਦਾ ਹਿੱਸਾ ਨੇ, ਔਰ ਬੜਾ ਮਹੱਤਵਪੂਰਨ ਹਿੱਸਾ ਹੈ। ਜਦੋਂ 26 ਜਨਵਰੀ ਨੂੰ ਬਕਾਇਦਾ ਉੱਥੇ ਲਾਲ ਕਿਲ੍ਹੇ ਵਾਲੀ ਘਟਨਾ ਵਾਪਰੀ, ਉਸ ਤੋਂ ਬਾਅਦ 'ਚ ਜਦੋਂ ਭਾਰਤ ਸਰਕਾਰ ਨੇ ਖਦੇੜਨ ਦੀ ਕੋਸ਼ਿਸ਼ ਕੀਤੀ ਜਿਹੜਾ ਉਹਨਾਂ ਦਾ ਗਾਜ਼ੀਪੁਰ ਬਾਰਡਰ ਸੀ, ਤਾਂ ਜਿਸ ਅੰਦਾਜ਼ ਨਾਲ ਉਹਨਾਂ ਨੇ ਅਪੀਲ ਕੀਤੀ ਆਪਣੇ ਲੋਕਾਂ ਨੂੰ ਤੇ ਆਪਣੇ ਇੱਕ ਦੋ ਅਥਰੂਆਂ ਦੇ ਨਾਲ ਹੀ ਸਾਰਾ ਮੈਲਟ ਕਰਕੇ ਰੱਖ ਦਿੱਤਾ ਸਾਰਾ ਕਿਸਾਨੀ ਮਨ, ਉਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਲੀਡਰਸ਼ਿਪ ਦੇ ਰੂਪ ਦੇ ਵਿੱਚ ਉੱਭਰ ਕੇ ਸਾਹਮਣੇ ਆਏ। ਔਰ ਉਹ ਚੁੱਭਦੇ ਨੇ ਹੁਣ ਹਰ ਸਿਆਸਤਦਾਨ ਨੂੰ, ਖਾਸ ਕਰਕੇ ਜਿਹੜਾ ਪ੍ਰੋ ਬੀਜੇਪੀ ਸਿਆਸਤਦਾਨ ਹੈ। ਔਰ ਜਦੋਂ ਅਲਵਰ ਤੋਂ ਲੰਘ ਰਹੇ ਸੀ ਕੱਲ, ਉਹ ਤੇ ਉਹਨਾਂ ਦੇ ਮਗਰਲੇ ਪਾਸਿਓਂ ਕਾਰ ਦੇ ਉੱਤੇ ਉਹਨਾਂ ਦੇ ਉੱਤੇ ਗੋਲੀਆਂ ਚੱਲੀਆਂ, ਔਰ ਗੋਲੀਆਂ ਚਲਾਉਣ ਦੇ ਵਿੱਚ ਕਿਸੇ ਭਾਰਤੀ ਜਨਤਾ ਪਾਰਟੀ ਦੇ ਸਮਰਥਕ ਦਾ ਨਾਮ ਬੋਲਿਆ ਜਾ ਰਿਹਾ। ਔਰ ਉਹ ਅਲਵਰ ਦੇ ਹਰਸੋਲਾ ਇਲਾਕੇ ਤੋਂ ਬਾਂਸੁਰ ਨੂੰ ਜਾ ਰਹੇ ਸੀ, ਔਰ ਉਸ ਇਲਾਕੇ ਦਾ ਕੋਈ ਵਿਦਿਆਰਥੀ ਆਗੂ ਦੱਸਿਆ ਜਾਂਦਾ ਹੈ ਜਿਸ ਨੂੰ ਉਸ ਹਮਲੇ ਦਾ ਜ਼ਿੰਮੇਵਾਰ ਕਿਹਾ ਜਾਏਗਾ। 4 ਬੰਦਿਆਂ ਨੂੰ ਸ਼ੱਕ ਦੇ ਆਧਾਰ ਦੇ ਉੱਤੇ ਗ੍ਰਿਫਤਾਰ ਵੀ ਕਰ ਲਿਆ ਗਿਆ ਜੀ। ਔਰ ਜਿਹੜੀਆਂ ਜਥੇਬੰਦੀਆਂ ਖਾਸ ਕਰਕੇ ਸਿੰਘੂ ਬਾਰਡਰ ਤੇ ਨੇ, ਟਿਕਰੀ ਬਾਰਡਰ ਤੇ ਨੇ, ਗਾਜ਼ੀਪੁਰ ਬਾਰਡਰ ਤੇ ਨੇ, ਜਾਂ ਹੋਰ ਬਾਰਡਰ ਤੇ ਬੈਠੀਆਂ ਹੋਈ ਜਥੇਬੰਦੀਆਂ ਨੇ, ਉਹਨਾਂ ਦੇ ਵਿੱਚ ਇੱਕ ਵੱਖਰੀ ਕਿਸਮ ਦਾ ਇੱਕ ਦਹਿਸ਼ਤ ਦਾ ਮਾਹੌਲ ਉਸਾਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਉਹ ਉਲਟਾ ਪੈ ਗਿਆ ਕਿਉਂਕਿ ਉਹਨਾਂ ਨੇ ਉਸ ਨੂੰ ਇੱਕ ਉਭਾਰ ਵਾਂਗ ਰਾਤੋਂ ਰਾਤ ਸਾਰੀਆਂ ਜਿਹੜੀਆਂ ਸੜਕਾਂ ਨੇ ਉਹ ਰੋਕਣ ਦਾ, ਖਾਸ ਕਰਕੇ ਜਿਹੜਾ ਸਾਡਾ ਹੈਗਾ ਰਾਹ ਜਾਂਦਾ ਇੱਧਰ ਨੂੰ KLP ਬਾਰਡਰ ਕਹਿੰਦੇ, ਹਾਂ, ਉਸ ਬਾਰਡਰ ਨੂੰ ਇਹਨਾਂ ਨੇ ਰਾਤ ਤੋਂ ਰਾਤ ਸੀਲ ਕਰ ਦਿੱਤਾ। ਔਰ ਬੜਾ ਇੱਕ ਵੱਖਰੀ ਕਿਸਮ ਦਾ ਦਹਿਸ਼ਤ ਦਾ ਮਾਹੌਲ ਸਾਰੇ ਆਲਮ ਤੇ ਪਸਰਿਆ ਹੋਇਆ। ਔਰ ਰਕੇਸ਼ ਟਕੈਤ ਹੋਰਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੇ ਜੇ ਕਰਤੂਤ ਕੀਤੀ ਹੈ ਤਾਂ ਹੁਣ ਭੱਜ ਦੇਣ ਵਾਲੇ ਇੱਕੋ ਜਿਹਾ ਹੁਣੇ ਵੀ ਦੇਖਣ, ਵੀ ਹੱਥ ਸਾਡੇ ਵੀ ਕਰਾਰੇ ਹੱਥ ਵੇਖ ਲੈਣ। ਔਰ ਇਹਨਾਂ ਨੂੰ ਬਾਅਦ ਹੋਣਾ ਚਾਹੀਦਾ ਇਹੋ ਜਿਹੀਆਂ ਹਰਕਤਾਂ ਤੋਂ। ਇਹਨਾਂ ਹਰਕਤਾਂ ਨਾਲ ਅਸੀਂ ਡਰਨ ਵਾਲੇ ਨਹੀਂ, ਭੱਜਣ ਵਾਲੇ ਨਹੀਂ, ਦੌੜਨ ਵਾਲੇ ਨਹੀਂ। ਇਹ ਮਨ ਚੋਂ ਕੱਢ ਦੇਣ ਕਿ ਇਸ ਤਰ੍ਹਾਂ ਸਾਨੂੰ ਇਹ ਸਾਡੇ ਕਦਮਾਂ ਤੋਂ ਪਿੱਛੇ ਹਟਾ ਸਕਣਗੇ ਜੀ। ਤੇ ਰਕੇਸ਼ ਟਕੈਤ ਹੋਰਾਂ ਤੋਂ ਬਾਅਦ ਹੁਣ ਗੱਲ ਕਰਦੇ ਹਾਂ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਲੱਖਾ ਸਿਧਾਨਾ ਦੀ ਮੁੜ ਵਾਪਸੀ ਹੋਈ ਹੈ, ਇਸ ਨੂੰ ਕਿੱਦਾਂ ਵੇਖਦੇ ਹੋ ਤੁਸੀਂ? ਲੱਖਾ ਕਿਉਂਕਿ ਮਾਲਵੇ ਦੇ ਖਾਸ ਕਰਕੇ ਜਿਹੜਾ ਇਲਾਕਾ ਹੈ, ਬਠਿੰਡਾ, ਫਰੀਦਕੋਟ, ਬਰਨਾਲਾ, ਮੁਕਤਸਰ, ਇਹ ਸਾਰੇ ਖਿੱਤੇ ਦੇ ਵਿੱਚ ਇੱਕ ਅੱਛੇ ਕਿਰਦਾਰ ਰੂਪ ਚ ਉੱਭਰ ਕੇ ਸਾਹਮਣੇ ਆ ਰਿਹਾ, ਜਦ ਕਿ ਉਸਦਾ ਪਾਸਟ ਬੜਾ ਇੱਕ ਜਿਹਨੂੰ ਕਹਿੰਦੇ ਦਾਗੀ ਪਾਸਟ ਹੋਣ ਦੇ ਬਾਵਜੂਦ ਵੀ ਉਸਨੂੰ ਇੱਕ ਸਤਿਕਾਰਯੋਗਤਾ ਨਾਲ ਵੇਖਿਆ ਜਾਂਦਾ। ਜਿਵੇਂ ਉਹਨੇ ਭਾਸ਼ਾ ਦੇ ਮਾਮਲੇ 'ਚ ਪਹਿਲਾਂ ਕੰਮ ਕੀਤਾ, ਫਿਰ ਉਸਨੇ ਜਿਹੜੀ ਲੁੱਟ ਤੰਤਰ ਜਿਹੜਾ ਸਰਕਾਰੀ ਦਫ਼ਤਰਾਂ ਦਾ, ਉਹਦੇ ਖਿਲਾਫ ਵੱਖ-ਵੱਖ ਥਾਵਾਂ ਦੇ ਉੱਤੇ ਜਾ ਕੇ ਪਿਕਟਿੰਗ ਕੀਤੀ। ਤੇ ਹੁਣ ਕਿਸਾਨ ਮੋਰਚੇ ਨਾਲ ਪਿਛਲੇ ਲਗਭਗ 7-8 ਮਹੀਨਿਆਂ ਤੋਂ ਜਿੰਨੀ ਤਨਦੇਹੀ ਨਾਲ ਜੁੜਿਆ ਹੋਇਆ, ਉਹਦੇ ਵਿੱਚ ਸਵਾਏ ਉਹ ਚੈਪਟਰ ਛੱਡ ਕੇ ਜਿਹੜਾ ਚੈਪਟਰ ਸਮਝ ਲਓ ਕਿ 26 ਜਨਵਰੀ ਵਾਲਾ ਚੈਪਟਰ ਹੈ, ਉਹਦੇ ਵਿੱਚ ਉਹ ਦੁਚਿੱਤੀ 'ਚ, ਜਿਵੇਂ ਕਹਿੰਦੇ ਨੇ ਬੰਦਾ ਦੁਚਿੱਤੀ 'ਚ ਪੈ ਜਾਂਦਾ ਕਿ ਉਹ ਵੀ ਠੀਕ ਹੈ, ਉਹ ਵੀ ਠੀਕ ਹੈ, ਤੇ ਅਲਟੀਮੇਟਲੀ ਆਪ ਹੀ ਗਲਤ ਹੋ ਜਾਂਦਾ। ਉਦੋਂ ਬਾਅਦ ਵਿੱਚ ਜਿਵੇਂ ਉਹਨਾਂ ਨੇ ਮਹਿਰਾਜ ਰੈਲੀ ਦੇ ਵਿੱਚ ਆਪਣਾ ਸਟੈਂਡ ਰੱਖਿਆ, ਉਹ ਬੜਾ ਐਪਰੀਸ਼ੀਏਟ ਕੀਤਾ ਗਿਆ ਸਾਰਿਆਂ ਪਾਸਿਆਂ ਤੋਂ ਕਿ ਉਸ ਨੇ ਕਿਸਾਨ ਮੋਰਚੇ ਨੂੰ ਤੇ ਸੰਯੁਕਤ ਕਿਸਾਨ ਮੋਰਚੇ ਨੂੰ ਖਾਸ ਕਰਕੇ ਸਪੋਰਟ ਤੇ ਸਮਰਥਨ ਜਿਹੜਾ ਦਿੱਤਾ, ਤੇ ਉਸ ਮੰਚ ਨੂੰ ਜਿਹੜਾ ਕਿਸੇ ਹੋਰ ਨੂੰ ਵਰਤਣ ਤੋਂ ਇਨਕਾਰੀ ਹੋ ਗਿਆ, ਤੇ ਉਹ ਜਿਹੜਾ ਜਿਨ੍ਹਾਂ ਨੇ ਕਿਸੇ ਨੇ ਵਰਤਿਆ ਸੀ ਉਹਨਾਂ ਤੋਂ ਵੀ ਉਹਨੇ ਫਾਸਲਾ ਬਣਾ ਲਿਆ। ਤਾਂ ਉਹਦਾ ਇੱਕ ਵੱਖਰੀ ਕਿਸਮ ਦਾ ਇੱਕ ਈਡੀਅਮ ਉਸਰ ਗਿਆ, ਇੱਕ ਵੱਖਰਾ ਨੈਰੇਟਿਵ ਬਣ ਗਿਆ, ਜਿਹਦੇ ਕਰਕੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਸੀ ਕਿ ਲੱਖਾ ਤਾਕਤ ਬਣ ਸਕਦਾ ਹੈ, ਯੂਥ ਪਾਵਰ ਦਾ ਹਿੱਸਾ ਬਣ ਕੇ। ਕਿਉਂਕਿ ਜਿਵੇਂ ਉੱਭਰ ਰਿਹਾ, ਜਿਵੇਂ ਪਿੰਡਾਂ 'ਚ ਉਹਨੇ ਕੀਤੀ ਸਾਰੀ ਆਪਣੀ ਕੰਪੇਨ ਕੀਤੀ, ਖਾਸ ਕਰਕੇ 26 ਜਨਵਰੀ ਵਾਲੇ ਮਾਮਲੇ ਦੇ ਵਿੱਚ ਉਹਨੇ, ਔਰ ਕੰਵਰ ਗਰੇਵਾਲ ਨੇ ਵੱਖ ਥਾਵਾਂ ਤੇ ਜਾ ਕੇ ਉਸ ਨੂੰ ਕਿਸਾਨ ਮੋਰਚੇ ਨੂੰ ਹਿੱਕ ਨਾਲ ਲਾਉਣਾ ਚਾਹੀਦਾ। ਇਹ ਬੜੀ ਗਰਮ ਚਰਚਾ ਸੀ ਇੰਟਰਨੈਸ਼ਨਲ ਲੈਵਲ ਤੇ ਵੀ, ਨੈਸ਼ਨਲ ਲੈਵਲ ਤੇ ਵੀ। ਔਰ ਪਤਾ ਲੱਗਿਆ ਕਿ 3 ਮੈਂਬਰੀ ਕਮੇਟੀ ਉਹਨਾਂ ਨੇ ਬਣਾ ਕੇ ਇਸ ਗੱਲ ਦਾ ਫੈਸਲਾ ਕਰ ਲਿਆ ਕਿ ਲੱਖਾ ਸਿਧਾਨਾ ਨੂੰ ਅਸੀਂ ਆਪਣਾ ਹਿੱਸਾ ਬਣਾਵਾਂਗੇ, ਔਰ ਲੱਖੇ ਨੂੰ ਥੋੜਾ ਬਹੁਤਾ ਜਿਹੜਾ ਉਹਨੇ ਉਕਾਈ ਕੀਤੀ ਹੈ ਉਸ ਬਾਰੇ ਜ਼ਰੂਰ
ਲਫ਼ਜ਼ ਉਹਦੇ ਲਈ ਮੁਆਫੀ ਲਫ਼ਜ਼ ਤਾਂ ਬਹੁਤ ਹੈਵੀ ਹੋਵੇਗਾ, ਉਸ ਨੂੰ ਉਹਦਾ ਪਛਤਾਤਾਪ ਜ਼ਰੂਰ ਕਰਨਾ ਪਵੇਗਾ ਕਿ ਮੈਂ ਉਹ ਔਕਾਈ ਕੀਤੀ ਹੈ ਤੇ ਮੈਂ ਭਵਿੱਖ 'ਚ ਇਸ ਕਿਸਮ ਦੀਆਂ ਆਪਸ ਦੀਆਂ ਸ਼ਕਤੀਆਂ ਦਾ ਹਿੱਸਾ ਨਹੀਂ ਬਣਾਂਗਾ। ਕਿਉਂਕਿ ਦੀਪ ਸਿੱਧੂ ਦੀ ਜਿੱਥੋਂ ਤੱਕ ਗੱਲ ਤੁਸੀਂ ਕੀਤੀ ਹੈ, ਦੀਪ ਸਿੱਧੂ ਦਾ ਇਸ ਸਿਲਸਿਲੇ ਦੇ ਵਿੱਚ ਬਿਲਕੁਲ ਡਿਫਰੈਂਟ ਕਿਸਮ ਦਾ ਇੱਕ ਸਟੈਂਡ ਹੈ। ਪਹਿਲੇ ਦਿਨੋਂ ਹੀ ਸ਼ੰਭੂ ਬਾਰਡਰ ਤੇ ਉਸਦਾ ਵੱਖਰੇ ਤੌਰ ਦੇ ਉੱਤੇ ਮੋਰਚਾ ਲਾਉਣਾ, ਉਹਦੇ 'ਚ ਉਹਨਾਂ ਧਿਰਾਂ ਦਾ ਉਹਦੇ ਨਾਲ ਖਲੋਣਾ ਜਿਹਨਾਂ ਧਿਰਾਂ ਦੀ ਪੋਲੀਟੀਕਲ ਵਿਲ ਜਿਹੜੀ ਹੈਗੀ ਹੈ ਉਹ ਨਹੀਂ ਸੰਯੁਕਤ ਕਿਸਾਨ ਮੋਰਚੇ ਦੇ ਏਜੰਡੇ ਦੇ ਮੁਤਾਬਕ ਚੱਲਦੀ। ਪਲੱਸ ਜਿਹੜੀ ਲੜਾਈ ਸੀ ਉਹ ਤਾਂ 3 ਬਿੱਲਾਂ ਤੋਂ ਸ਼ੁਰੂ ਹੋਈ, ਉਸ ਤੋਂ ਬਾਅਦ ਚ MSP ਨੂੰ ਕਾਨੂੰਨ ਬਣਾਉਣ ਚ ਲਾਗੂ ਕਰਨ ਚ ਹੋ ਗਈ। ਉਸ ਤੋਂ ਬਿਨਾਂ ਇਹ ਹੋ ਗਿਆ ਕਿ ਬਿਜਲੀ ਜਾਂ ਸੋਧ ਬਿੱਲ ਹੈ ਉਹਨੂੰ ਨਾ ਪੰਗਾ ਲਿਆ ਜਾਵੇ, ਉਸਨੂੰ ਨਾ ਅੱਗੇ ਵਧਾਇਆ ਜਾਵੇ। ਤੁਰਦੀ ਕਹਾਣੀ ਉਹ ਆਟੋਨਮੀ ਦਾ ਗੀਤ ਗਾਉਂਦਾ ਰਿਹਾ ਤੇ ਉਸ ਆਟੋਨਮੀ ਦੇ ਵਿੱਚੋਂ ਕਈ ਲੋਕਾਂ ਨੇ ਆਪਣੀ ਪੋਲੀਟੀਕਲ ਨਾਅਰੇਬਾਜ਼ੀ ਵੀ ਉੱਥੇ ਕੀਤੀ ਤੇ ਉਸ ਨਾਅਰੇਬਾਜ਼ੀ ਨੂੰ, ਜਿਸ ਨੂੰ ਇਤਰਾਜ਼ਯੋਗ ਤਾਂ ਭਾਵੇਂ ਨਹੀਂ ਮੰਨਦੀ ਸੁਪਰੀਮ ਕੋਰਟ, ਪਰ ਉਸ ਨੂੰ ਜਿਵੇਂ ਹੁੰਦਾ ਕਿ ਲੂਣ ਖਾ ਲਵੋ ਤਾਂ ਉਹ ਤੁਹਾਡੀ ਖੁਰਾਕ ਦਾ ਹਿੱਸਾ ਆ, ਤੇ ਜੇ ਜ਼ਖਮ ਤੇ ਪਾ ਦਿਓ ਤਾਂ ਤੁਹਾਡੇ ਵਾਸਤੇ ਉਹ ਤਕਲੀਫ ਦੇ ਆ। ਸੋ ਕਈ ਵਾਰੀ ਹੁੰਦਾ ਦੁੱਖ ਦਾ ਫੋੜਾ ਹੁੰਦਾ, ਕਈ ਵਾਰੀ ਹਕੂਮਤਾਂ ਦਾ ਉਹਨਾਂ ਨੂੰ ਐ ਲੱਗਦਾ ਹੁੰਦਾ ਕਿ ਸਾਡੇ ਉੱਤੇ ਇਹਨਾਂ ਨੇ ਉਸ ਖਾਲਿਸਤਾਨ ਦਾ ਲੂਣ ਪਾ ਦਿੱਤਾ। ਪਰ ਇਹ ਗੱਲ ਮੰਨਣਯੋਗ ਹੈ ਕਿ ਦੀਪ ਸਿੱਧੂ ਨੇ ਆਪਣੇ ਮੂੰਹੋਂ ਭਾਵੇਂ ਖਾਲਿਸਤਾਨ ਦੀ ਗੱਲ ਨਹੀਂ ਕੀਤੀ, ਪਰ ਬਾਕੀ ਉਹਦੀਆਂ ਜਿਹੜੀਆਂ ਸ਼ਕਤੀਆਂ ਨਾਲ ਜੁੜੀਆਂ ਸ਼ਕਤੀਆਂ ਨੇ ਉਹ ਉਸ ਨੂੰ ਲੁਕੇ ਏਜੰਡੇ ਦੇ ਰੂਪ ਦੇ ਵਿੱਚ ਵਰਤਣ ਦੀ ਕੋਸ਼ਿਸ਼ ਦੇ ਵਿੱਚ ਸੀ, ਜਿਹੜੀਆਂ ਮਤਲਬ ਸਮਝ ਲਓ ਕਿ 26 ਜਨਵਰੀ ਵਾਲੇ ਦਿਨ ਨੰਗੀਆਂ ਚਿੱਟੀਆਂ ਸਾਹਮਣੇ ਰੂਪ ਦੇ ਵਿੱਚ ਸਾਹਮਣੇ ਆ ਗਈਆਂ। ਪਰ ਦੀਪ ਸਿੱਧੂ ਉਸ ਤੋਂ ਅਜੇ ਵੀ ਇਨਕਾਰੀ ਹੈ ਕਿ ਮੇਰਾ ਏਜੰਡਾ ਇਹ ਨਹੀਂ ਸੀ, ਮੈਂ ਤਾਂ ਸਿਰਫ ਕੇਸਰੀ ਨਿਸ਼ਾਨ ਚਲਾਇਆ, ਇਸ ਤੋਂ ਬਾਅਦ ਕੋਈ ਗੁਨਾਹ ਨਹੀਂ ਕੀਤਾ। ਉਹ ਵੀ ਉਹਨੇ ਨਹੀਂ ਚਲਾਇਆ, ਕਿਸੇ ਹੋਰ ਸੱਜਣ ਨੇ ਚਲਾਇਆ ਜਿਹਦਾ ਨਾਂ ਜਗਰਾਜ ਸਿੰਘ ਦੱਸਿਆ ਜਾਂਦਾ, ਜਿਹੜਾ ਵਾਂ ਪਿੰਡ ਦਾ, ਤਰਨਤਾਰਨ ਜ਼ਿਲ੍ਹੇ ਦਾ। ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਜਿਹੜਾ ਉਸੇ 26 ਜਨਵਰੀ ਵਾਲੇ ਦਿਨ ਝੰਡਾ ਝੁੱਲ ਰਿਹਾ, ਤੁਹਾਡੀ ਰਿਪਬਲਿਕ ਡੇ ਪਰੇਡ ਤੇ ਝੁੱਲ ਰਿਹਾ, ਔਰ 5 ਥਾਵਾਂ ਤੇ ਝੁੱਲ ਰਿਹਾ, ਖਾਸ ਕਰਕੇ ਜਿਹੜਾ ਪੰਜਾਬ ਗਵਰਨਮੈਂਟ ਦਾ ਜਿਹੜਾ ਇੱਕ ਗਿਆ ਉੱਥੇ ਆਪਣਾ ਝਾਕੀ ਗਈ, ਉਹਦੇ ਵਿੱਚ 5 ਨਿਸ਼ਾਨ ਉਹੀ ਉਹਦੇ ਉਸੇ ਰੰਗ ਦੇ ਉਸੇ ਸਾਈਜ਼ ਦੇ ਝੂਲ ਰਹੇ ਨੇ, ਤੇ ਉਹਨੂੰ ਰਾਸ਼ਟਰਪਤੀ ਸਲਾਮੀ ਵੀ ਦੇ ਰਿਹਾ, ਤੇ ਉਹਨੂੰ ਤਿੰਨੇ ਸੈਨਾਵਾਂ, ਭਾਰਤੀ ਸੈਨਾਵਾਂ ਦੇ ਮੁਖੀ ਵੀ ਸਲਾਮੀ ਦੇ ਰਹੇ ਨੇ, ਉਸ ਨੂੰ ਪ੍ਰਧਾਨ ਮੰਤਰੀ ਵੇਖ ਰਿਹਾ, ਗ੍ਰਹਿ ਮੰਤਰੀ ਵੇਖ ਰਿਹਾ, ਹੋਮ ਮਿਨਿਸਟਰ ਵੀ ਦੇਖ ਰਿਹਾ, ਹੋਮ ਸੈਕਟਰੀ ਵੀ ਦੇਖ ਰਿਹਾ। ਤੇ ਮਤਲਬ ਤੁਸੀਂ ਉੱਠ ਕੇ ਇੱਕ ਜਿਹਦੇ ਚ ਕੌਮੀ ਝੰਡੇ ਦਾ ਅਪਮਾਨ ਇਹਨਾਂ ਉੱਚੀ ਤਰਜ਼ ਚ ਇਹਨਾਂ ਨੇ ਗਾ ਦਿੱਤਾ ਕਿ ਲੱਗਣ ਲੱਗ ਗਿਆ ਕਿ ਸ਼ਾਇਦ ਝੰਡਾ ਉਤਾਰ ਕੇ ਉਹਦੀ ਥਾਂ ਦੇ ਉੱਤੇ ਹੋਰ ਝੰਡਾ ਚਲਾ ਦਿੱਤਾ, ਜਦ ਕਿ ਇਹੋ ਜਿਹੀ ਕੋਈ ਗੱਲ ਨਹੀਂ ਸੀ, ਕਿਸੇ ਕਿਸਮ ਦੀ ਵੀ ਕੋਈ ਗੱਲ ਨਹੀਂ ਸੀ ਇਹੋ ਜਿਹੀ। ਕੌਮੀ ਝੰਡਾ ਆਪਣੀ ਥਾਂ ਦੇ ਉੱਤੇ ਉਸੇ ਸ਼ਾਨ ਨਾਲ ਝੂਲ ਰਿਹਾ ਸੀ। ਤੇ ਨਾਲੇ ਜਿਹੜੀ ਚੀਜ਼ ਨੂੰ ਤੁਸੀਂ ਆਲਰੇਡੀ ਕਿਰਾਏ ਭਾੜੇ ਦੇ ਬੈਠੇ ਹੋ ਕਿਸੇ ਹੋਰ ਕੰਪਨੀ ਨੂੰ, ਪ੍ਰਾਈਵੇਟ ਨੂੰ, ਤੇ ਨਾਲੇ ਲਾਲ ਕਿਲ੍ਹਾ ਕਦੇ ਵੀ ਸਾਡੇ ਵਾਸਤੇ ਕੌਮੀ ਸਨਮਾਨ ਦਾ ਚਿੰਨ੍ਹ ਨਹੀਂ ਰਿਹਾ, ਸਾਡੇ ਵਾਸਤੇ ਗੁਲਾਮੀ ਦਾ ਸਿੰਬਲ ਹੈ। ਸਾਡੇ ਦੇ ਜੰਗੇ ਆਜ਼ਾਦੀ ਦੇ ਸੂਰਮੇ, ਉਹਨਾਂ ਦੇ ਟਰਾਇਲ ਉੱਥੇ ਹੋਏ ਹੋਏ ਨੇ INA ਦੇ ਸੂਰਮਿਆਂ ਦੇ, ਔਰ ਉਦੋਂ ਪਹਿਲਾਂ ਜ਼ੁਲਮ ਦਾ ਸੈਂਟਰ ਆਫ ਮਤਲਬ ਟਾਇਰਨੀ ਹੈਗਾ ਸਾਡੇ ਵਾਸਤੇ ਮੁਗਲ ਹਕੂਮਤ ਦਾ, ਉਹ ਸਿੰਬਲ ਤਾਂ ਹੋ ਸਕਦਾ, ਤੇ ਉਹ ਭਾਰਤ ਦੇ ਸੂਰਮਿਆਂ ਦਾ ਤੇ ਕਦੇ ਵੀ ਪ੍ਰਤੀਕ ਨਹੀਂ ਰਿਹਾ। ਪਰ ਇਹ ਗੱਲ ਵੱਖਰੀ ਬਹਿਸ ਦਾ ਆਧਾਰ ਹੈ, ਇਸ ਗੱਲ ਨਾਲ ਕੋਈ ਨਹੀਂ ਜੁੜਦਾ। ਪਰ ਸੰਯੁਕਤ ਕਿਸਾਨ ਮੋਰਚਾ ਅਜੇ ਵੀ ਦੀਪ ਸਿੱਧੂ ਨੂੰ ਤਾਂ ਹਜ਼ਮ ਕਰਨ ਨੂੰ ਤਿਆਰ ਨਹੀਂ, ਪਰ ਲੱਖੇ ਘਰਾਣੇ ਵਾਸਤੇ ਉਹਨਾਂ ਨੇ ਆਪਣੇ ਜਿਹੜੇ ਡੈਕਸ ਨੇ ਸਾਫ਼ ਕਰ ਲਏ ਨੇ, ਔਰ ਉਹਦੇ ਵਾਸਤੇ ਉਹਨਾਂ ਨੇ ਮਾਹੌਲ ਉਸਾਰ ਲਿਆ, ਔਰ ਇਸ ਗੱਲ ਦੀ ਪੰਜਾਬ ਦੇ ਵਿੱਚ ਚੰਗਾ ਹੁੰਗਾਰਾ ਮਿਲਣ ਦੀਆਂ ਸੰਭਾਵਨਾਵਾਂ ਹੋਰ ਵੱਧ ਗਈਆਂ ਨੇ। ਤੇ ਗੁਰਭਜਨ ਜੀ, ਗੱਲ ਆਪਾਂ ਲੱਖਾ ਸਿਧਾਨਾ ਦੀ ਕਰਦੇ ਹਾਂ। ਸੰਯੁਕਤ ਮੋਰਚੇ ਨੇ ਸ਼ਾਮਿਲ ਤਾਂ ਕਰ ਲਿਆ, ਉਹ ਤੇ ਜਿਹੜੇ ਕੇਸ ਚੱਲਦੇ ਨੇ, ਪੁਲਿਸ ਉਹਨੂੰ ਗ੍ਰਿਫਤਾਰ ਕਰਨਾ ਲੋਚਦੀ ਹੈ, ਤੇ ਉਹ ਫਿਰ ਕਿੱਦਾਂ ਦਾ ਸਾਰਾ ਮਾਮਲਾ ਬਣੇਗਾ? ਉਹ ਤਾਂ ਸੰਯੁਕਤ ਕਿਸਾਨ ਮੋਰਚੇ ਦੀ ਸਾਰੀ ਲੀਡਰਸ਼ਿਪ ਤੇ ਕੇਸ ਰਜਿਸਟਰਡ ਨੇ। ਸਿਰਫ ਇਹਦਾ ਫਰਕ ਇੰਨਾ ਕਿ ਉਹਦਾ ਇਹਨਾਂ ਨੇ 1 ਲੱਖ ਰੁਪਏ ਉਹਦੇ ਸਿਰ ਦਾ ਇਨਾਮ ਰੱਖਿਆ ਹੋਇਆ। ਬਹੁਤੀ ਗੱਲ ਕੀ ਹੋਏਗੀ ਕਿ ਉਹਨੂੰ ਪੇਸ਼ ਕਰ ਦੇਣਗੇ, ਪੇਸ਼ ਕਰਕੇ ਉਹਦੀ ਜ਼ਮਾਨਤ ਕਰਵਾ ਲੈਣਗੇ, ਇੰਨੀ ਗੱਲ ਹੀ। ਇਹਨੂੰ ਬਾਅਦ ਉਹਨੇ ਕੋਈ ਜੁਰਮ ਤਾਂ ਕੀਤਾ ਨਹੀਂ, ਉਹ ਤਾਂ ਇੱਕ ਉਹਦੇ ਨਾਲ ਨੱਥੀ ਕਰਕੇ, ਦੀਪ ਸਿੱਧੂ ਨੱਥੀ ਕਰਕੇ ਉਹਨਾਂ ਨੇ ਉਸ ਨੂੰ ਇੱਕ ਮੁਜਰਮ ਦੇ ਰੂਪ ਦੇ ਵਿੱਚ ਉਹਨੂੰ ਉਭਾਰ ਲਿਆ। ਅਦਰਵਾਈਜ਼ ਉਹਨੇ ਤਾਂ ਨਾ ਝੰਡਾ ਚਲਾਇਆ, ਨਾ ਉੱਥੇ ਹਾਜ਼ਰ ਦਿਸਿਆ। ਇਸ ਕਰਕੇ ਉਹ ਸਾਰੀਆਂ ਗੱਲਾਂ ਕਾਨੂੰਨ ਦੀ ਨਜ਼ਰ ਦੇ ਵਿੱਚ ਤਾਂ ਗੁਨਾਹ ਨਹੀਂ ਹੈਗਾ। ਪਰ ਜਿਹੜੀ ਗੱਲ ਇਹ ਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਜਿਹੜੇ ਜਿੰਨੇ ਆਗੂ ਨੇ, ਉਹ ਸਾਰੇ ਹੀ ਪੁਲਿਸ ਦੀਆਂ ਨਜ਼ਰਾਂ ਦੇ ਵਿੱਚ ਤਾਂ ਵਾਂਟਡ ਨੇ, ਤੇ ਸਾਰਿਆਂ ਦਾ ਹੀ ਜਿਹੜਾ ਲੋਕਆਊਟ ਹੋਇਆ ਆਪਣਾ ਨੋਟ ਜਾਰੀ ਹੋਇਆ, ਪਰ ਉਹ ਕਲਕੱਤੇ ਵੀ ਜਾ ਕੇ ਆਏ ਨੇ, ਕੰਪੇਨ ਵੀ ਕਰਕੇ ਆਏ ਨੇ। ਸੋ ਇਸ ਕਰਕੇ ਸਰਕਾਰਾਂ ਨੇ ਕੀ ਕਰਨਾ, ਕਦੋਂ ਕਰਨਾ, ਕਿਵੇਂ ਕਰਨਾ, ਇਹ ਉਹਨਾਂ ਦੇ ਆਪਣੇ ਅੰਦਾਜ਼ ਨੇ। ਇਹਨੂੰ ਫੜਨਾ ਕਿ ਇਹਨੂੰ ਛੱਡਣਾ, ਆਪਣੇ ਅੰਦਾਜ਼ ਨੇ। ਉਹ ਤਾਂ ਪਾਰਲੀਮੈਂਟ ਦੇ ਵਿੱਚ ਕਿੰਨੇ ਸਾਡੇ ਬੈਠੇ ਨੇ ਜਿਨ੍ਹਾਂ ਦੇ ਕੇਸ ਵੀ ਰਜਿਸਟਰਡ ਨੇ, ਪਰ ਉਹ ਅੰਡਰ ਟ੍ਰਾਇਲ ਨੇ। ਕੋਈ ਬੰਦੇ, ਬਹੁਤ ਸਾਰੇ ਬੰਦੇ ਵਿੱਚੋਂ ਅਸੈਂਬਲੀਆਂ 'ਚ ਬੈਠੇ ਨੇ, ਵਜ਼ੀਰੀਆਂ ਬਣ ਰਹੇ ਨੇ। ਇਸ ਕਰਕੇ ਇਹ ਗੱਲ ਕੋਈ ਏਡੀ ਲੰਮੀ ਇਹ ਤਾਂ ਸਮਝ ਲਓ ਇੱਕ ਸਰਟੀਫਿਕੇਟ ਨੇ ਉਹਨਾਂ ਪਬਲਿਕ ਮੈਨ ਵਾਸਤੇ ਬਣੇ ਹੋਏ, ਜਿਹੜੇ ਚੋਣਾਂ ਦੇ ਅੰਦਾਜ਼ ਵਿੱਚ ਵੀ ਜਾਂਦੇ ਨੇ, ਔਰ ਲੋਕ ਸੰਘਰਸ਼ ਦੇ ਵਿੱਚ ਜਿਹੜੇ ਲੋਕ ਜੂਝਦੇ ਨੇ,
ਉਹਨਾਂ ਵਾਸਤੇ ਤਾਂ ਇਹ ਜੀ ਤਮਗੇ ਨੇ। ਜੀ। ਇਹ ਉਹਨਾਂ ਵਾਸਤੇ ਉਹਨੇ ਕੋਈ ਗੁਨਾਹ ਨਹੀਂ ਕੀਤਾ, ਜਾਂ ਤਾਂ ਗੁਨਾਹ ਕੀਤਾ ਹੋਵੇ ਫਿਰ ਤਾਂ ਜੀ ਡਰ ਹੋਵੇ। ਹੁਣ ਤੁਸੀਂ ਉੱਤੇ ਜਿਹੜੇ ਕੇਸ ਪਾਸਟ ਦੇ ਕੇਸ ਨੇ ਸਾਰਿਆਂ ਚੋਂ ਬਰੀ ਹੋ, ਇਸ ਕਰਕੇ ਇਹ ਗੱਲਾਂ ਸਾਰੀਆਂ ਜਿਹੜੀਆਂ ਨੇ ਇਹ ਗੱਲਾਂ ਇਹ ਕਾਸਮੈਟਿਕ ਗੱਲਾਂ ਨੇ ਸਾਰੀਆਂ, ਸਾਹਮਣੇ ਦਿਸਦੀਆਂ ਜ਼ਰੂਰ ਨੇ, ਪਰ ਅੰਦਰ ਖਾਤੇ ਸਰਕਾਰ ਨੇ ਕੀ ਕਰਨਾ, ਕੀ ਕਦੋਂ ਕਰਨਾ, ਕਿਵੇਂ ਕਰਨਾ, ਇਹ ਉਹਦੀ ਆਪਣਾ ਪ੍ਰਾਇਓਰੇਟਿਵ ਹੈ ਜੀ। ਤੇ ਗੁਰਭਜਨ ਜੀ ਤੁਸੀਂ ਗੱਲਾਂ-ਗੱਲਾਂ 'ਚ ਕਲਕੱਤੇ ਦਾ ਨਾਮ ਲਿਆ, ਤੇ ਕਲਕੱਤੇ ਬੰਗਾਲ ਚੋਣਾਂ ਚੱਲ ਰਹੀਆਂ ਨੇ ਤੇ ਚੋਣਾਂ ਦੇ ਵਿੱਚ ਬਹੁਤ ਕੁਝ ਵੱਖਰਾ ਹੋ ਰਿਹਾ ਹੈ, ਤੇ ਇਸ ਵੇਲੇ ਦੂਜੇ ਗੇੜ ਦੀਆਂ ਚੋਣਾਂ ਪੈ ਚੁੱਕੀਆਂ ਨੇ, ਵੋਟਾਂ ਹੋ ਚੁੱਕੀਆਂ ਨੇ, ਤੇ ਉਸ ਦਿਨ ਵੀ ਕੋਈ ਰੌਲਾ ਰੱਪਾ ਪਿਆ ਸੀ, ਤੇ ਉਸ ਬਾਰੇ ਕੀ ਕਹਿਣਾ ਚਾਹੋਗੇ? ਰੌਲਾ ਤਾਂ ਤੁਸੀਂ ਕਦੇ ਰੱਸਾਕਸ਼ੀ ਵੇਖੀ ਹੋਵੇ ਤਾਂ ਤੁਸੀਂ ਪਤਾ ਤੁਹਾਨੂੰ ਲੱਗ ਜਾਣਾ ਵੀ ਰੌਲਾ ਪਾਉਣ ਵਾਲੇ ਆਲ ਦੁਆਲ ਵਾਲੇ ਜਿਹੜੇ ਫੜ ਲਓ, ਮਾਰ ਲਓ, ਲੈ ਜਾਓ, ਖਿੱਚ ਲਓ, ਇਹ ਸਾਰਾ ਕੁਝ ਚੱਲਦਾ ਹੁੰਦਾ। ਸੋ ਇਸ ਕਰਕੇ ਜਿਸ ਕਿਸਮ ਦੀ ਰੱਸਾਕਸ਼ੀ ਇਸ ਵੇਲੇ ਜੀਣ ਮਰਨ ਬਣਿਆ ਹੋਇਆ ਮਮਤਾ ਬੈਨਰਜੀ ਵਾਸਤੇ ਵੀ, ਔਰ ਨਾਲ ਦੀਆਂ ਦੂਸਰੇ ਪਾਸੇ ਇਹਨਾਂ ਵਾਸਤੇ ਆਪਣੇ ਸਤਿਕਾਰਯੋਗ ਸਾਡੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਸੁਪਨਕਾਰ ਨੇ, ਜਿਹੜੇ ਉੱਥੇ ਸਰਕਾਰ ਹਕੂਮਤ ਬਣਾਉਣ ਦੇ ਲਾਲਸਾਵਾਨ ਨੇ, ਉਹਨਾਂ ਵਾਸਤੇ ਇੱਕ ਰੱਸਾਕਸ਼ੀ ਚੱਲ ਰਹੀ ਹੈ। ਉਸ ਰੱਸਾਕਸ਼ੀ 'ਚ ਸਰਮਾਇਆ ਵੀ ਹੈ, ਬਾਹੂਬਲ ਵੀ ਹੈ, ਉਹਦੇ ਵਿੱਚ ਸ਼ਕਤੀ ਪ੍ਰਦਰਸ਼ਨ ਵੀ ਹੈ, ਸੱਤਾ ਦੇ ਨੂੰ ਝੋਕਣ ਦਾ ਪੂਰੀ ਕੇਂਦਰੀ ਸਰਕਾਰ ਵੀ ਉੱਥੇ ਬੈਠੀ ਜਾ ਕੇ ਕਿ ਹਾਏ ਬੰਗਾਲ, ਹਾਏ ਬੰਗਾਲ, ਹਾਏ ਬੰਗਾਲ। ਉਹ ਜਿਹੜਾ ਪਰ ਦੂਸਰੇ ਬੰਨੇ ਹੁਣੇ ਆ ਜਿਹੜੀ ਪੋਲਰਾਈਜੇਸ਼ਨ ਉਹਦੇ ਵਿੱਚ ਇਹ ਆ ਕਿ ਮਮਤਾ ਉੱਥੇ ਮਮਤਾ ਬੈਨਰਜੀ ਨਹੀਂ ਹੈ, ਉੱਥੇ ਬੰਗਾਲ 'ਚ ਨਾ ਹੀ ਉੱਥੇ ਮਮਤਾ ਮੁੱਖ ਮੰਤਰੀ ਹੈ, ਉੱਥੇ ਤੇ ਮਮਤਾ ਦੀਦੀ ਹੈ। ਮਮਤਾ ਵੀ ਨਹੀਂ ਹੈ, ਉਹ ਤੇ ਦੀਦੀ ਹੈ ਬਸ। ਉਹ ਜਦੋਂ ਨੰਦੀਗ੍ਰਾਮ ਦੇ ਲੋਕਾਂ ਨੂੰ ਮੀਡੀਆ ਇੰਟਰਵਿਊ ਕਰ ਰਿਹਾ ਸੀ, ਈਵਨ ਪ੍ਰੋ ਬੀਜੇਪੀ ਮੀਡੀਆ ਵੀ ਜਦੋਂ ਇੰਟਰਵਿਊ ਕਰ ਰਿਹਾ ਸੀ, ਤਾਂ ਉਹ ਜਾਣ ਵਾਲੇ ਵੀ ਉਹ ਵੀ ਪਬਲਿਕਲੀ ਕਹਿ ਰਹੇ ਸੀ, ਵੋਟ ਪਾ ਕੇ ਜਿਹੜੇ ਪਰਤੇ ਸੀ ਉਹ ਵੀ ਕਹਿ ਰਹੇ ਸੀ ਵੋਟ ਤੋਂ ਦੀਦੀ ਕੋ ਦੀ ਹੈ, ਵੋਟ ਤੋਂ ਦੀਦੀ ਕੋ ਦੀ ਹੈ। ਸੋ ਨੰਦੀਗ੍ਰਾਮ ਇਹਨਾਂ ਦਾ ਬੜਾ ਇੱਕ ਲਿਟਮਸ ਟੈਸਟ ਹੈ, ਜਿਹਦੇ ਚ ਇਹਨਾਂ ਨੇ ਸ਼ੁਭੇਂਦੂ ਆਚਾਰੀਆ ਨੂੰ ਕੰਟੈਸਟ ਕਰਨ ਦੀ ਬੜਾ ਅਮੀਰ ਆਦਮੀ ਦੱਸਿਆ ਜਾਂਦਾ। ਪਹਿਲਾਂ ਮਮਤਾ ਬੈਨਰਜੀ ਦਾ ਹੀ ਉਹ ਸਿਪਾ ਸਲਾਰ ਹੁੰਦਾ ਸੀ, ਔਰ ਤ੍ਰਿਣਮੂਲ ਕਾਂਗਰਸ ਬਣਾਉਣ ਦੇ ਵਿੱਚ ਵੀ ਉਹਦਾ ਬੜਾ ਵੱਡਾ ਹਿੱਸਾ ਸੀ, ਪਰ ਉਹ ਹੁਣ ਉਹ ਲੁੜਕਦਾ ਪ੍ਰਤੀਤ ਹੁੰਦਾ। ਉਹਨੂੰ ਉਹਨਾਂ ਨੇ ਗਦਾਰ ਦਾ ਇੱਕ ਈਵਨ ਸਕੂਟਰਾਂ ਦੇ ਮਗਰ, ਕਾਰਾਂ ਦੇ ਮਗਰ ਉਹਦਾ ਨਾਂ ਲਿਖ ਕੇ ਥੱਲੇ ਗਦਾਰ ਲਿਖਿਆ ਲੋਕਾਂ ਨੇ। ਸੋ ਜੇ ਇੱਥੋਂ ਤੱਕ ਨੌਬਤ ਆ ਗਈ ਹੈ ਤਾਂ ਕੋਈ ਪਤਾ ਨਹੀਂ ਲੱਗਦਾ ਹੁੰਦਾ, ਕਿਉਂਕਿ ਰੱਸਾਕਸ਼ੀ 'ਚ ਹੁੰਦਾ ਵੀ ਜਿਹੜਾ ਬੀਂਡੀ ਜੁੜਿਆ ਹੁੰਦਾ ਨਾ ਬੰਦਾ, ਜੇ ਉਹ ਪੈਰ ਤਿਲਕ ਜੇ ਉਹਦਾ ਤੇ ਫਿਰ ਰੱਸਾ ਉਧਰ ਨੂੰ ਖਿੱਚਿਆ ਜਾਂਦਾ ਹੁੰਦਾ ਜਿੱਧਰ ਨੂੰ ਬੀਂਡੀ ਵਾਲਾ ਖਿੱਚਿਆ ਜਾਵੇ। ਸੋ ਇਹ ਤਾਂ ਰੱਸਾਕਸ਼ੀ ਹੈ। ਮੈਨੂੰ ਇਹ ਲੱਗਦਾ ਕਿ ਜਿਹੜੀ ਗੱਲ ਪ੍ਰਧਾਨ ਮੰਤਰੀ ਨੇ ਵੀ ਕੀਤੀ ਹੈ, ਗ੍ਰਹਿ ਮੰਤਰੀ ਨੇ ਵੀ ਕੀਤੀ ਹੈ ਕਿ ਮਮਤਾ ਨੂੰ ਆਖਰੀ ਗੇੜ ਤੇ ਜਿਹੜੀਆਂ ਚੋਣਾਂ ਹੋਣੀਆਂ ਨੇ, ਕੋਈ 7-8 ਗੇੜ ਨੇ ਬੰਗਾਲ ਦੇ, ਹਾਂਜੀ 8 ਗੇੜ, ਹਾਂ, ਉਹਨਾਂ ਨੇ ਉਹਨੂੰ ਉੱਥੋਂ ਪੇਪਰ ਫਾਈਲ ਕਰ ਲੈਣੇ ਚਾਹੀਦੇ ਨੇ। ਨੰਦੀਗ੍ਰਾਮ ਤੋਂ ਹਾਰ ਗਈ, ਉਹ ਕਹਿੰਦੀ ਨੰਦੀਗ੍ਰਾਮ ਤੋਂ ਮੈਂ ਨਹੀਂ ਹਾਰਦੀ। ਇਹੋ ਜਿਹੀਆਂ ਜਿਹੜੀਆਂ ਬੇਹੁਰਮਤੀਆਂ ਗੱਲਾਂ ਨੇ ਇਹ ਇੱਥੇ ਨਾ ਕਰੋ। ਇਹ ਬੰਗਾਲ ਨਹੀਂ, ਬੰਗਾਲ ਤੁਹਾਡਾ ਬੀਜੇਪੀ ਦਾ ਕਾਡਰ ਨਹੀਂ ਹੈਗਾ ਕਿ ਜਿੱਥੇ ਜਿਵੇਂ ਮਰਜ਼ੀ ਤੁਸੀਂ ਖਿੱਚੀ ਫਿਰੋਗੇ ਗੱਲ ਨੂੰ, ਇਸ ਤਰ੍ਹਾਂ ਨਹੀਂ ਹੋਣਾ। ਇਸ ਕਰਕੇ ਮੈਂ ਤੁਹਾਡੀ ਮੈਂਬਰ ਨਹੀਂ ਹੈਗੀ, ਮੈਨੂੰ ਸਲਾਹ ਦੇਣ ਤੋਂ ਪਹਿਲਾਂ 50 ਵਾਰੀ ਸੋਚੋ। ਨਾ ਮੈਂ ਤੁਹਾਨੂੰ ਸਲਾਹ ਦਿੰਦੀ ਹਾਂ ਤਾਂ ਨਾ ਮੈਂ ਤੁਹਾਡੀ ਮੰਨਦੀ ਹਾਂ। ਸੋ ਝੂਠ ਬੋਲਣ ਲੱਗਿਆ ਜਾਂ ਗੱਲ ਕੋਈ ਵੀ ਝੂਠੀ ਬਣਾਉਣ ਲੱਗਿਆ, ਇਹ ਸੋਚਿਆ ਕਰੋ ਕਿ ਤੁਹਾਡਾ ਮੁਕਾਬਲਾ ਕਿਹਦੇ ਨਾਲ ਹੈ। ਤੁਹਾਡਾ ਮੁਕਾਬਲਾ ਬੰਗਾਲ ਦੀ ਸ਼ੇਰਨੀ ਨਾਲ ਆ, ਉਹਨੂੰ ਉੱਥੋਂ ਦੀ ਲਾਇਨਸ ਆਫ ਬੰਗਾਲ ਕਹਿੰਦੇ ਨੇ। ਤੇ ਗੁਰਭਜਨ ਜੀ, ਸ਼ੇਰਨੀ ਥੋੜੇ ਦਿਨ ਪਹਿਲਾਂ ਗੱਜੀ ਸੀ, ਉਹਨੇ ਚਿੱਠੀ ਲਿਖੀ ਸੀ, ਮਤਲਬ ਬੀਜੇਪੀ ਦੇ ਆਪੋਜ਼ਿਟ ਵਾਲੇ ਸਾਰੇ ਆਗੂਆਂ ਨੂੰ, ਵੱਡੇ ਵੱਡੇ, ਕਿ ਆਓ ਆਪਾਂ ਇਕੱਠੇ ਹੋ ਕੇ ਦੇਸ਼ ਨੂੰ ਬਚਾਈਏ। ਕੀ ਤੁਸੀਂ ਸੋਚਦੇ ਹੋ ਕਿ ਮੋਦੀ ਦਾ ਬਦਲ ਮਮਤਾ ਹੋ ਸਕਦੀ ਹੈ? ਵੇਖੋ, ਇਹ ਗੱਲਾਂ ਤਾਂ ਵਕਤ ਤੋਂ ਪਹਿਲੀਆਂ ਗੱਲਾਂ ਨੇ ਕਿ ਮਮਤਾ ਬੈਨਰਜੀ ਦੇਸ਼ ਦੀ ਪ੍ਰਧਾਨ ਮੰਤਰੀ ਹੋ ਸਕਦੀ ਹੈ। ਇਹ ਗੱਲ ਨਾ ਭੁੱਲਿਓ ਕਿ ਮਮਤਾ ਬੈਨਰਜੀ ਵੀ ਜ਼ਿੱਦੀ ਔਰਤ ਹੈ। ਮੁਲਕ ਨੂੰ ਇਸ ਵੇਲੇ ਫਲੈਕਸੀਬਲ ਪ੍ਰਾਈਮ ਮਿਨਿਸਟਰ ਦੀ ਲੋੜ ਹੈ, ਜ਼ਿੱਦੀ ਪ੍ਰਧਾਨ ਮੰਤਰੀ ਦੀ ਲੋੜ ਨਹੀਂ ਹੈ। ਸੋ ਫਲੈਕਸੀਬਲ ਲੀਡਰਸ਼ਿਪ ਜਿਹੜੀ ਹੁੰਦੀ ਹੈ ਉਹੀ ਮੁਲਕ ਨੂੰ, ਕਿਉਂਕਿ ਇਹ ਮੁਲਕ ਹੈਗਾ ਫੁਲਕਾਰੀ ਵਰਗਾ, ਇਹਦੇ ਚ ਹਰ ਤੰਦ ਜਿਹੜੀ ਉਹ ਵੱਖਰੇ ਧਾਗੇ ਦੀ ਹੈ ਔਰ ਵੱਖਰੇ ਰੰਗ ਦੀ ਹੈ। ਇਹ ਤਾਂ ਸਿਆਪਾ ਹੀ ਇਸ ਗੱਲ ਨੇ ਪਾਇਆ ਹੋਇਆ ਕਿ ਵਨ ਨੇਸ਼ਨ ਵਨ, ਸਾਰਾ ਕੁਝ ਹੀ ਵਨ ਕਰੀ ਜਾਂਦੇ ਨੇ। ਉਹ ਹਿੰਦੂਤਵ ਦਾ ਪਤਾ ਜਿਹੜਾ ਹੈਗਾ ਉਹ ਵਨਨੈਸ ਦੀ ਹੋਈ ਨੁਕਸਾਨ ਕਰ ਰਿਹਾ ਨਾ। ਹੁਣ ਤੁਸੀਂ ਦੱਸੋ ਕਿ ਤੁਸੀਂ ਸਿਰਫ ਲਾਲ ਰੰਗ ਦਾ ਕੋਈ ਕੱਪੜਾ ਵੇਖੀ ਜਾਓ ਤੇ ਤੁਹਾਡੀ ਅੱਖਾਂ 5 ਮਿੰਟ ਥੱਕ ਜਾਂਦੀਆਂ, ਜਦ ਕਿ ਉਸੇ ਹੀ ਲਾਲ ਰੰਗ ਦੇ ਉੱਤੇ ਵੱਖ-ਵੱਖ ਧਾਗਿਆਂ ਨਾਲ ਜਦੋਂ ਫੁਲਕਾਰੀ ਕੱਢੀ ਹੁੰਦੀ ਉਹ ਤੁਹਾਨੂੰ ਚੰਗੀ ਲੱਗਦੀ ਹੈ। ਇਹ ਮੁਲਕ ਦੀ ਜਿਹੜੀ ਵੰਨ-ਸੁਵੰਨਤਾ ਇਹਦੀ ਸ਼ਕਤੀ ਹੈ, ਬਹੁਲਤਾ ਬਹੁਰੰਗਤਾ ਇਹਦੀ ਸ਼ਕਤੀ ਹੈ, ਤੇ ਉਹੀ ਸ਼ਕਤੀ ਮਾਰਨ ਲੱਗ ਜਾਗੇ ਤੇ ਕੀ ਬਣੇਗਾ। ਹੁਣ ਮਮਤਾ ਬੈਨਰਜੀ ਦੀ ਪ੍ਰੋਬਲਮ ਕੀ ਸੀ? ਮਮਤਾ ਬੈਨਰਜੀ ਦੀ ਪ੍ਰੋਬਲਮ ਇਹ ਸੀ ਕਿ ਉਹ ਹੈਗੀ ਇੱਕ ਡਿਫਾਈਨਡ ਲੀਡਰ, ਮਤਲਬ ਪੂਰੀ ਤਰ੍ਹਾਂ ਨਾਲ ਡਿਫਾਈ ਕਰਨ ਵਾਲੀ ਹੈ। ਉਹ ਸਾਰੀ ਸੱਤਾ ਨੂੰ, ਜਿਹੜੀ ਸੱਤਾ ਮੁਲਕ ਤੇ ਕਾਬਜ਼ ਹੋਣਾ ਚਾਹੁੰਦੀ ਹੈ, ਉਹ ਹੁਣ ਕਬਜ਼ਾ ਕਰਨ ਵਾਲੀ ਭਾਵੇਂ ਕਾਂਗਰਸ ਹੋਵੇ ਉਹਦੇ ਵੀ ਉਹ ਖਿਲਾਫ ਹੈ,
ਭਾਵੇਂ ਉਹਦੇ ਨਾਲ ਸ਼ੇਅਰ ਕੀਤੀ ਉਹਨੇ ਪਾਵਰ, ਪਰ ਉਹਦੇ ਬਾਵਜੂਦ ਪਹਿਲਾਂ ਜਿਹੜੇ ਉੱਥੇ ਵੱਡੇ ਦੁਸ਼ਮਣ ਸੀ ਬੰਗਾਲ ਦੇ, ਗਿਣਦੀ ਮਮਤਾ ਬੈਨਰਜੀ, ਉਹ ਗਿਣਦੀ ਸੀ ਲੈਫਟ ਨੂੰ, ਸੀਪੀਆਈ ਸੀਪੀਐਮ ਨੂੰ, ਨਕਸਲ ਨੂੰ। ਉਹ ਹੁਣ ਤੀਸਰੀ ਧਿਰ ਬਣ ਗਈ। ਵੇਖੋ ਨਾ, ਹੁਣ ਮਸਲਾ ਇਹ ਬਣ ਗਿਆ ਕਿ ਇੱਕ ਸੈਗਮੈਂਟ ਜਿਹੜਾ ਹੈਗਾ ਉਹ ਤਾਂ ਹੈਗਾ ਬੀਜੇਪੀ, ਇੱਕ ਸੈਗਮੈਂਟ ਹੈਗਾ ਤ੍ਰਿਣਮੂਲ ਕਾਂਗਰਸ, ਇੱਕ ਸੈਗਮੈਂਟ ਹੈਗਾ ਲੈਫਟਿਸਟ ਫੋਰਸਸ ਜਿਹੜੀਆਂ ਪਲੱਸ ਕਾਂਗਰਸ। ਹੁਣ ਤਿੰਨਾਂ ਟੋਟਿਆਂ ਦੇ ਵਿੱਚੋਂ ਰੱਸਾਕਸ਼ੀ ਚੋਂ ਕਿਹੜਾ ਸੈਗਮੈਂਟ ਵੱਡੀ ਸ਼ਕਤੀ ਅਟੇਨ ਕਰ ਜਾਂਦਾ? ਹੁਣ ਜੇ ਤਾਂ ਉੱਥੇ ਲੈਫਟ ਪਲੱਸ ਮਮਤਾ ਪਲੱਸ ਕਾਂਗਰਸ ਹੁੰਦੀ ਤਾਂ ਇਹਨਾਂ ਦੇ ਤਾਂ ਦੂਸਰੇ ਉਡਾ ਦਿੰਦੇ। ਹੁਣ ਟੋਟਿਆਂ ਤਿੰਨਾਂ ਦੇ ਵਿੱਚੋਂ ਪਤਾ ਨਹੀਂ, ਜਦੋਂ ਬਿੱਲੀਆਂ ਇਨਸਾਫ ਕਰਦੀਆਂ ਹੁਣ ਤੇ ਰੋਟੀ ਦਾ ਟੁਕੜਾ ਬਿੱਲੀਆਂ ਖਾ ਜਾਂਦੀਆਂ। ਇਸ ਕਰਕੇ ਤੁਸੀਂ ਕੁਝ ਨਹੀਂ ਕਹਿ ਸਕਦੇ ਕਿ ਉੱਥੇ ਕੀ ਬਣਨਾ। ਬਾਕੀ ਮੇਰੇ ਆਪਣੇ ਅਕਲ ਦੇ ਮਿਆਰ ਮੁਤਾਬਕ ਮਮਤਾ ਬੈਨਰਜੀ ਪ੍ਰਧਾਨ ਮੰਤਰੀ ਲੈਵਲ ਦਾ ਮਟੀਰੀਅਲ ਨਹੀਂ ਹੈ ਜੀ। ਤੇ ਗੁਰਪਜਨ ਜੀ, ਬੜੇ ਸੋਹਣੇ ਸ਼ਬਦਾਂ 'ਚ ਤੁਸੀਂ ਸਾਰਾ ਰਾਜਨੀਤਿਕ ਸਫ਼ਰ ਤੇ ਜੀਵਨ ਦੇ ਰੰਗਾਂ ਨਾਲ ਮੇਲ ਦਿੱਤਾ। ਤੇ ਹੁਣ ਗੱਲ ਚੋਣਾਂ ਦੀ ਚੱਲ ਰਹੀ ਹੈ ਤੇ ਚੋਣਾਂ ਦਾ ਹੀ ਕੰਮ ਅਸਮ ਵਿੱਚ ਵੀ ਚੱਲ ਰਿਹਾ ਤੇ ਕੱਲ ਕਿਤੇ ਈਵੀਐਮ ਭਾਜਪਾ ਆਗੂ ਦੀ ਗੱਡੀ 'ਚੋਂ ਫੜੀ ਗਈ। ਪਹਿਲਾਂ ਚੋਣ ਕਮਿਸ਼ਨ ਕਹਿੰਦਾ ਹੈ ਕਿ ਨਹੀਂ, ਇਦਾਂ ਦਾ ਕੋਈ ਮਾਮਲਾ ਨਹੀਂ। ਫਿਰ ਕਹਿੰਦੇ ਕਿ ਉਹ ਗੱਡੀ ਖਰਾਬ ਹੋ ਗਈ ਸੀ ਤੇ ਤਾਂ ਉਹ ਭਾਜਪਾ ਆਗੂ ਦੀ ਗੱਡੀ ਲੈਣੀ ਪਈ। ਤੇ ਗੱਡੀ ਖਰਾਬ ਹੈ ਇਹ ਤਾਂ ਕਹਿ ਦਿੱਤਾ ਤੇ ਬਾਅਦ 'ਚ ਅਧਿਕਾਰੀਆਂ ਨੂੰ ਮੁਅੱਤਲ ਵੀ ਕਰ ਦਿੱਤਾ। ਇਹ ਸਾਰਾ ਗੜਬੜ ਘੁਟਾਲਾ ਹੈ ਕੀ? ਇਹਦੇ ਬਾਰੇ ਦੱਸੋ ਬੇਟੇ। ਤੁਸੀਂ ਬੋਲੀ ਸੁਣੀ ਹੋਣੀ ਨਿੱਕੇ ਹੁੰਦੇ, ਮੈਂ ਤਾਂ ਬੜੀ ਵਾਰੀ ਸੁਣੀ ਹੈ ਕਿ ਅੱਧੀਆਂ ਗਰੀਬ ਜੱਟ ਦੀ ਤੇ ਤੇਰੀਆਂ ਮੁਲਾਜ਼ੇਦਾਰਾਂ। ਇਹ ਜਿਹੜੇ ਸਾਡੇ ਵਿਧਾਨ ਦੇ ਰਖਵਾਲੇ ਲੋਕ ਨੇ ਜਿਨ੍ਹਾਂ ਨੇ ਚੋਣਾਂ ਕਰਾਉਣੀਆਂ ਹੁੰਦੀਆਂ ਨੇ, ਉਹ ਅੱਧੇ ਤੇ ਹੁੰਦੇ ਨੇ ਵੇਲੇ ਦੀ ਸਰਕਾਰ ਦੇ ਗੁਲਾਮ, ਅੱਧਾ ਕਾਨੂੰਨ ਵੀ ਆਪਣੇ ਤੇ ਲਾਗੂ ਕਰ ਲੈਂਦੇ ਨੇ। ਹੁਣ ਅਸਾਮ ਦੇ ਵਿੱਚ ਜਿਹੜਾ ਕਰੀਮਗੰਜ ਦੇ ਜ਼ਿਲ੍ਹੇ ਦੇ ਵਿੱਚ ਵੀਰਵਾਰ ਨੂੰ ਰਾਤ ਨੂੰ ਉਦੋਂ ਹਿੰਸਾ ਭੜਕਣ ਦਾ ਕਾਰਨ ਇਹ ਆ ਕਿ ਇੱਕ ਜਿਹੜਾ ਬੀਜੇਪੀ ਦਾ ਲੀਡਰ ਸੀ, ਉਹਦੇ ਕੋਲ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਉਹਦੇ ਜੋ ਨਿਕਲੀ ਉਹਦੀ ਕਾਰ ਚੋਂ। ਹੁਣ ਤੁਸੀਂ ਇਹ ਦੱਸੋ ਵੀ ਜੇ ਮੰਗਵੀਂ ਕਾਰ ਹੀ ਲੈਣੀ ਸੀ ਤਾਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਤੇ ਕਿਸੇ ਅਧਿਕਾਰੀ ਲਈ ਜਾ ਸਕਦੀ ਸੀ। ਜਦੋਂ ਉਹਦੀ ਡਿਸਪੋਜ਼ਲ ਤੇ ਆ, ਇਲੈਕਸ਼ਨ ਕਮਿਸ਼ਨ ਦੀ ਡਿਸਪੋਜ਼ਲ ਦੇ ਉੱਤੇ ਆ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ, ਉਹਦੇ ਲਈ ਭਾਰਤੀ ਜਨਤਾ ਪਾਰਟੀ ਦਾ ਆਗੂ ਕਿਉਂ ਲੱਭਿਆ? ਇਹ ਸਵਾਲ ਤਾਂ ਵਿਚਾਰਨ ਯੋਗ ਹੈ ਨਾ। ਹੁਣ ਜੇਕਰ ਤੁਸੀਂ ਇਸ ਗੱਲ ਦਾ, ਜੇ ਉਹ ਵੀਡੀਓ ਨਾ ਬਣਦੀ, ਸੋਸ਼ਲ ਮੀਡੀਆ ਤੇ ਵਾਇਰਲ ਨਾ ਹੁੰਦੀ, ਤੇ ਨਾ ਇਹਨਾਂ ਨੇ ਅਧਿਕਾਰੀ ਮੁਅੱਤਲ ਕਰਨੇ ਸੀ, ਨਾ ਇਹ ਸੱਚ ਮੰਨਣਾ ਸੀ ਕਿ ਅਸੀਂ ਉਹਦੇ 'ਚ ਕੋਈ ਗੜਬੜ ਘੁਟਾਲਾ ਹੋਇਆ। ਹਾਂ, ਇਹ ਜ਼ਰੂਰ ਕਹਿ ਸਕਦੇ ਹਾਂ ਕਿ ਇਹ ਈਵੀਐਮ ਮਸ਼ੀਨ ਦਾ ਗੜਬੜ ਘੁਟਾਲਾ ਜਿਹੜਾ ਹੈਗਾ ਅਲਟੀਮੇਟਲੀ ਇੱਕ ਵੱਡੀ ਜਾਂਚ ਦੀ ਮੰਗ ਕਰਦਾ। ਕਿਉਂਕਿ ਜੇ ਤਾਂ ਸਰਕਾਰ ਬਣ ਜਾਵੇ ਬੀਜੇਪੀ ਦੀ, ਫਿਰ ਸਾਰੀ ਆਪੋਜੀਸ਼ਨ ਰੌਲਾ ਪਾਉਂਦੀ ਹੈ ਕਿ ਈਵੀਐਮ ਮਸ਼ੀਨ ਦੇ ਵਿੱਚ ਇਹਨਾਂ ਨੇ ਡਿਵਾਈਸਿਸ ਫਿੱਟ ਕੀਤੀਆਂ ਹੋਈਆਂ। ਉਹ ਡਿਵਾਈਸਿਸ ਜਿਹੜੀਆਂ ਨੇ ਉਹਦੇ ਮੁਤਾਬਕ ਹੁਕੂਮਤਾਂ ਆਪਣੀ ਮਰਜ਼ੀ ਮੁਤਾਬਕ ਫਿਰਕੀ ਘੁਮਾ ਲੈਂਦੇ ਨੇ। ਅੱਛਾ, ਜੇ ਆਪੋਜੀਸ਼ਨ ਦੀ ਸਰਕਾਰ ਬਣ ਜਾਏ ਫਿਰ ਉਹ ਚੁੱਪ ਹੋ ਜਾਂਦੇ ਨੇ। ਵੇਖੋ ਨਾ, ਇਹ ਵੀ ਤਾਂ ਢਿੱਡ ਦੀ ਬੇਈਮਾਨੀ ਹੈ ਨਾ। ਇਹਦਾ ਮਤਲਬ ਕੁਰਸੀ ਤੱਕ ਪਹੁੰਚਿਆ ਤੁਹਾਡੀ ਸਿਧਾਂਤ ਤਾਂ ਕਲੈਰਿਟੀ ਕੋਈ ਨਹੀਂ ਤੁਹਾਨੂੰ। ਮਕੈਨੀਕਲ ਗਿਆਨ ਨੂੰ ਤੁਸੀਂ ਵਰਤੋ। ਜੇ ਇੰਜੀਨੀਅਰ ਭਾਰਤੀ ਜਨਤਾ ਪਾਰਟੀ ਦੇ ਕੋਲ ਨੇ ਅਵੇਲੇਬਲ ਬੇਈਮਾਨੀ ਕਰਨ ਵਾਸਤੇ, ਤਾਂ ਤੁਹਾਡੇ ਕੋਲ ਬੇਈਮਾਨੀ ਫੜਨ ਵਾਸਤੇ ਵੀ ਤਾਂ ਹੋਣਗੇ। ਬਿਲਕੁਲ। ਤੁਸੀਂ ਬੇਈਮਾਨੀ ਫੜਨ ਵਾਲੇ ਇੰਜੀਨੀਅਰਾਂ ਤੋਂ ਕਿਉਂ ਨਹੀਂ ਫੜ ਦਿੰਦੇ? ਤੁਸੀਂ ਕਿਉਂ ਨਹੀਂ ਟੈਕਨੀਕਲੀ ਕੋਰਟ ਦੇ ਵਿੱਚ ਜਾ ਕੇ ਸਾਬਤ ਕਰਦੇ ਕਿ ਇਹ ਮਸ਼ੀਨਾਂ ਜਿਹੜੀਆਂ ਨੇ ਇਹ ਮੁਲਕ ਦੀ ਡੈਮੋਕ੍ਰੈਟਿਕ ਸਿਸਟਮ ਵਾਸਤੇ ਖਤਰੇ ਦੀ ਘੰਟੀ ਨੇ? ਜਾਂ ਡਿਊਲ ਸਿਸਟਮ ਕਿਉਂ ਨਹੀਂ ਕਰ ਲੈਂਦੇ ਕਿ ਪਰਚੀਆਂ ਵੀ ਪੈਣ ਤੇ ਮਸ਼ੀਨਾਂ ਵੀ ਚੱਲਣ? ਜਿਵੇਂ ਮੈਨੂੰ ਦੱਸਿਆ ਗਿਆ ਕਿ ਅਮਰੀਕਾ ਦੇ ਵਿੱਚ ਇਹ ਸਿਸਟਮ ਚੱਲਦਾ। ਜੇ ਕ੍ਰਾਸ ਚੈੱਕ ਕਰਨਾ ਹੋ ਤੁਸੀਂ ਕ੍ਰਾਸ ਚੈੱਕ ਕਰ ਸਕੋ। ਸੋ ਇਹ ਮੈਨੂੰ ਲੱਗਦਾ ਕਿ ਈਵੀਐਮ ਮਸ਼ੀਨ ਦਾ ਜਿਹੜਾ ਮਸਲਾ ਹੈ ਸਦਾ ਵਾਸਤੇ ਨਿਬੇੜਨ ਦੀ ਲੋੜ ਹੈ। ਜੇ ਵੱਧ ਦਿਨ ਲੱਗਦੇ, ਫਰਜ਼ ਕੀਤਾ ਜੇ 8 ਗੇੜਾਂ ਦੇ ਵਿੱਚ ਚੋਣਾਂ ਹੋ ਸਕਦੀਆਂ ਬੰਗਾਲ ਦੇ ਵਿੱਚ, ਤੇ 8 ਦਿਨਾਂ ਦੇ ਪਰਚੀਆਂ ਗਿਣੀਆਂ ਕਿਉਂ ਨਹੀਂ ਜਾ ਸਕਦੀਆਂ ਬਈ? ਅਸਾਮ 'ਚ 8 ਦਿਨਾਂ ਦੀ ਗਿਣੀਆਂ ਕਿਉਂ ਨਹੀਂ ਜਾ ਸਕਦੀਆਂ? ਇਹ ਗੱਲ ਸੋਚਣ ਦੀ ਹੈ ਨਾ। ਇਸ ਕਰਕੇ ਇਸ ਮਾਮਲੇ ਦੇ ਵਿੱਚ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਇਲੈਕਸ਼ਨ ਕਮਿਸ਼ਨ ਦੇ ਸਾਹਮਣੇ ਇਸ ਦੀ ਜਾਂਚ ਹੀ ਨਹੀਂ ਮੰਗਣੀ ਚਾਹੀਦੀ, ਸਗੋਂ ਇੱਕ ਕਲੀਅਰ ਕੱਟ ਡਿਸੀਜਨ ਆਪਣਾ ਵੀ ਦੇਣਾ ਚਾਹੀਦਾ ਕਿ ਅਸੀਂ ਸਹਿਮਤ ਹਾਂ ਜਾਂ ਨਹੀਂ ਹਾਂ। ਜੀ ਬਿਲਕੁਲ ਗੁਰਪਜਨ ਜੀ, ਲੱਗਦਾ ਹੈ ਕਿ ਸਾਡਾ ਸੁਨੇਹਾ ਸ਼ਾਇਦ ਉਹਨਾਂ ਦੇ ਕੰਨਾਂ ਤੱਕ ਪਹੁੰਚ ਜਾਏ ਤੇ ਕੁਝ ਸੁਧਾਰ ਹੋ ਜਾਏ। ਤੇ ਇਸ ਵੇਲੇ ਜਿਹੜਾ ਸੁਨੇਹਾ ਮਿਸ਼ਨ 2022 ਲਈ ਸੁਖਬੀਰ ਬਾਦਲ ਦੇ ਰਹੇ ਨੇ, ਉਹ ਭਲਾ ਕੀ ਸੁਨੇਹਾ? ਉਹ ਤਾਂ ਮੈਨੂੰ ਇਹ ਲੱਗਦਾ ਵੀ ਗਲੀਆਂ ਹੋਈਆਂ ਸੁੰਨੀਆਂ ਵਿੱਚ ਮਿਰਜ਼ਾ ਯਾਰ ਫਿਰੇ, ਉਹੋ ਜਿਹੀ ਗੱਲ ਲੱਗਦੀ ਮੈਨੂੰ ਕਿ ਪਹਿਲਾਂ ਤੇ ਜਲਾਲਾਬਾਦ ਦੇ ਵਿੱਚ ਜਾ ਕੇ ਆਪੇ ਕਹਿਤਾ ਵੀ ਆ ਮੇਰੇ ਸ਼ੇਰ ਜੇਬ ਤੋਂ ਕੱਢ ਕੇ ਆ ਮੇਰੇ ਸ਼ੇਰੇ ਨੇ, ਆ ਮੈਂ ਲਾੜਾ ਆ। ਤੇ ਉਦੋਂ ਪਹਿਲਾਂ ਭਾਈ ਸਾਹਿਬ ਨੇ ਫਿਰੋਜ਼ਪੁਰ ਤੋਂ ਚੋਣ ਲੜੀ ਹੋਈ ਹੈ।
ਫਿਰੋਜ਼ਪੁਰ ਚੋਣ ਲੜੀ ਹੋਈ ਹੈ, ਇਹ ਮਤਲਬ ਬਾਪੂ ਦਾ ਰਾਜ ਹੀ ਹੋ ਗਿਆ ਹਰ ਥਾਂ ਦੇ ਉੱਤੇ ਕਿ ਕਦੇ ਤੁਸੀਂ ਪਾਰਲੀਮੈਂਟ 'ਚ ਮੈਂਬਰ ਚਲੇ ਜਾਓ, ਉਦੋਂ ਬਾਅਦ 'ਚ ਕਹੋ ਨਹੀਂ ਨਹੀਂ ਫਿਰੋਜ਼ਪੁਰ ਦੇ ਲੋਕਾਂ ਦੀ ਨੁਮਾਇੰਦਗੀ ਦੀ ਥਾਂ ਤੇ ਕੋਈ ਹੋਰ ਬੰਦਾ ਕਰ ਲੇਗਾ, ਮੈਂ ਤਾਂ ਜਲਾਲਾਬਾਦ ਦੀ ਨੁਮਾਇੰਦਗੀ ਕਰਨੀ ਹੈ। ਯਾਰ ਕੋਈ ਪਬਲਿਕ ਕੋਈ ਕੋਈ ਵਿਲ ਦਾ ਵੀ ਕੋਈ ਮਾੜੀ ਮੋਟੀ ਕੋਈ ਇੱਜ਼ਤ ਕਰਨ ਦੀ ਆਪਾਂ ਲਿਆਕਤ ਲਿਆਈਏ। ਜੇ ਸੂਬੇ ਦੀ ਮਾੜੀ ਕਿਸਮਤ ਨੂੰ ਭਾਈ ਸਾਹਿਬ ਤੁਹਾਨੂੰ ਇੱਕ ਪੋਲੀਟੀਕਲ ਪਾਰਟੀ ਨੇ ਆਪਣਾ ਆਗੂ ਮੰਨ ਲਿਆ, ਤਾਂ ਤੁਸੀਂ ਵੀ ਤਾਂ ਸ਼ੀਸ਼ਾ ਰੋਜ਼ ਵੇਖਦੇ ਹੋ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਮੇਰੀਆਂ ਜ਼ਿੰਮੇਵਾਰੀਆਂ ਕੀ ਨੇ। ਇਹ 1920 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਇਸ ਲਈ ਨਹੀਂ ਸੀ ਬਣਿਆ ਕਿ ਇਹ ਜਿਹੜਾ ਮਰਜ਼ੀ ਜੇਬ ਚੋਂ ਸਿਰੇ ਕੱਢ ਕੇ ਆਪਣੇ ਸਿਰ ਤੇ ਬੰਨ੍ਹ ਕੇ ਤੁਰ ਪਵੇ। ਇਹ ਵੀ ਉਹੀ ਅਕਾਲੀ ਦਲ ਹੈ ਜਿਹਦੇ ਵਿੱਚ ਪ੍ਰਧਾਨ ਕਦੇ ਚੋਣ ਨਹੀਂ ਸੀ ਲੜਦਾ ਹੁੰਦਾ, ਵਾਸਤੇ ਤਾਰਾ ਸਿੰਘ ਨੇ ਕੋਈ ਚੋਣ ਨਹੀਂ ਸੀ ਲੜੀ ਕਦੇ। ਇਸ ਕਰਕੇ ਜੇ ਚੋਣ ਲੜਨੀ ਹੈ ਤਾਂ ਤੁਸੀਂ ਪਾਰਲੀਮੈਂਟ ਜਿਹੜੀ ਪਾਰਲੀਮੈਂਟ 'ਚ ਆਪਣੀ ਜ਼ਿੰਮੇਵਾਰੀ ਨਿਭਾਓ। ਇਸ ਕਰਕੇ ਜਲਾਲਾਬਾਦ ਤੋਂ ਬਾਅਦ ਉਹ ਗਏ ਭਾਈ ਸਾਹਿਬ ਆਪਣਾ ਘੋੜਾ ਲੈ ਕੇ ਉੱਥੇ ਆਪਣੇ ਖੇਮ ਕਰਨ ਜਾਣਾ, ਤਾਂ ਮਜਬੂਰੀ ਬਣ ਗਿਆ ਕਿ ਇਹਨਾਂ ਦੇ ਆਪਣੇ ਭਾਈਏ ਨੇ ਜੀਜਾ ਸਾਹਿਬ ਨੇ ਅਨਾਉਂਸ ਕਰਤਾ ਕਿ ਖੇਮ ਕਰਨ ਤੋਂ ਮੇਰੇ ਪਰਿਵਾਰ ਦਾ ਜੀ ਇਲੈਕਸ਼ਨ ਲੜੇਗਾ। ਉਹ ਬੀਬਾ ਜੀ ਨੇ ਵੀ ਕਹਿਤਾ ਕਿ ਮੈਂ ਲੜਾਂਗੀ, ਸਕੀ ਭੈਣ ਨੇ ਕਹਿਤਾ। ਇਹਨਾਂ ਨੇ ਉੱਥੋਂ ਵਿਰਸਾ ਸਿੰਘ ਬਲਟੋਏ ਨੂੰ ਕੈਂਡੀਡੇਟ ਖੜਾ ਕਰਤਾ ਤੇ ਜਿਸ ਤਰ੍ਹਾਂ ਮਦਾਰੀ ਵਾਂਗੂ ਉੱਥੇ ਖੇਡਾਂ ਖੇਡਿਆ। ਉਹ ਇਹ ਵੀ ਦੱਸੋ ਵਿਰਸਾ ਸਿੰਘ ਬਲਟੋਏ ਦਾ ਮੁੰਡਾ ਚਾਹੀਦਾ ਕਿ ਵਿਰਸਾ ਸਿੰਘ ਚਾਹੀਦਾ? ਲੋਕਾਂ ਕਿਹਾ ਮੁੰਡਾ ਚਾਹੀਦਾ। ਕਹਿੰਦਾ ਅੱਛਾ ਤੁਸੀਂ ਵਿਰਸਾ ਸਿੰਘ ਚਾਹੁੰਦੇ ਹੋ? ਹਾਂ ਵਿਰਸਾ ਸਿੰਘ ਨੂੰ ਅਸੀਂ ਇੱਥੋਂ ਚੋਣ ਲੜਾਵਾਂਗੇ। ਯਾਰ ਇਹ ਹੋ ਕੀ ਰਿਹਾ? ਇਹੋ ਕੰਮ ਇਹਨਾਂ ਅਜਨਾਲੇ ਕੀਤਾ ਜਾ ਕੇ, ਅਜਨਾਲੇ ਕੀਤਾ। ਅਜਨਾਲੇ ਵੀ ਇਹੀ ਕੰਮ ਕੀਤਾ। ਰਤਨ ਸਿੰਘ ਦਾ ਮੁੰਡਾ ਤੇ ਰਤਨ ਸਿੰਘ ਦਾ ਅਮਰਪਾਲ ਬੋਨੀ, ਉਹ ਦੋਵੇਂ ਜਦੋਂ ਇਹਨੇ ਛੱਡੀ ਹੈ ਆਪਣੀ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰੀ, ਆਪਣੇ ਕੀ ਨਾਂ ਉਹਨਾਂ ਦਾ ਮੈਂਬਰ ਪਾਰਲੀਮੈਂਟ ਨੇ ਜਿਹੜੇ ਇੱਥੋਂ ਤਰਨਤਾਰਨ ਤੋਂ ਸਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਨਾਲ, ਜਿਨ੍ਹਾਂ ਨੇ ਤਿੰਨਾਂ ਨੇ ਆਪਣੇ ਘਰ 'ਚ ਪ੍ਰੈਸ ਕਾਨਫਰੰਸ ਕੀਤੀ। ਰਤਨ ਸਿੰਘ, ਡਾਕਟਰ ਰਤਨ ਸਿੰਘ ਅਜਨਾਲਾ, ਆਪਣਾ ਮੁੰਡਾ ਕੀ ਨਾਂ ਇਹਦਾ ਅਮਰਪਾਲ ਬੋਨੀ ਤੇ ਰਣਜੀਤ ਸਿੰਘ ਬ੍ਰਹਮਪੁਰਾ। ਹੁਣ ਤਿੰਨਾਂ ਦੀ ਪ੍ਰੈਸ ਕਾਨਫਰੰਸ ਚੋਂ ਇਹ ਪਿਓ ਪੁੱਤ ਲਾਂਭੇ ਹੋ ਗਏ ਕਿਉਂਕਿ ਸੁਖਬੀਰ ਜੀ ਨੇ ਮਨਾ ਲਿਆ ਇਹਨਾਂ ਨੂੰ, ਬਿਕਰਮ ਸਿੰਘ ਮਜੀਠੀਆ ਨੇ ਮਨਾ ਲਿਆ ਇਹਨਾਂ ਨੂੰ, ਮਨਾ ਤੇ ਲਿਆ, ਪਰ ਉਹ ਇਲਜ਼ਾਮਾਂ ਦਾ ਕੀ ਬਣੇਗਾ? ਉਹ ਤਾਂ ਟੇਪਸ ਜੇ ਤੁਰੀਆਂ ਫਿਰਦੀਆਂ ਨੇ, ਜੇ ਸੁਖਬੀਰ ਦੇ ਖਿਲਾਫ ਇਹਨਾਂ ਨੇ ਬੋਲੀਆਂ ਹੋਈਆਂ ਨੇ, ਜਿੰਨਾ ਜ਼ਹਿਰ ਉਗਲਿਆ ਹੋਇਆ ਇਹਦੇ ਖਿਲਾਫ, ਬਿਕਰਮ ਸਿੰਘ ਮਜੀਠੀਆ ਦੇ ਖਿਲਾਫ। ਸੋ ਇਸ ਕਰਕੇ ਇਹ ਉਹਦੀ ਟਿਕਟ ਵੀ ਅਨਾਉਂਸ ਕਰਤੀ ਕਿ ਨਾਲੇ ਤੋਂ ਸਾਡਾ ਅਮਰਪਾਲ ਸਿੰਘ ਬੋਨੀ ਹੋਏਗਾ ਉਮੀਦਵਾਰ। ਇਹ ਵਿਨੇਬਿਲਿਟੀ ਦੀਆਂ ਗੱਲਾਂ ਨੇ ਕਿ ਜੇਤੂ ਕੌਣ ਹੋ ਸਕਦਾ। ਸਿਧਾਂਤ ਕਿੱਧਰ ਗਿਆ? ਅਸੂਲ ਕਿੱਧਰ ਗਿਆ? ਹੁਣ ਜਾ ਵੜੇ ਉੱਥੇ ਪਰੇ ਤੁਹਾਡਾ ਰੱਬ ਭਲਾ ਕਰੇ ਅਟਾਰੀ ਕਹਿਤਾ ਵੀ ਸਾਡਾ ਤਾਂ ਕੈਂਡੀਡੇਟ ਹੋਏਗਾ ਆਪਣਾ ਰੱਬ ਤੋਂ ਭਲਾ ਕਰੇ ਕੀ ਉਹ ਜਿਹੜਾ ਗੁਲਜ਼ਾਰ ਸਿੰਘ ਰਣੀਕੇ ਪਹਿਲਾਂ ਵੀ 4-5 ਵਾਰ ਰਹਿ ਚੁੱਕਿਆ। ਉਹਦਾ ਵੱਡਾ ਭਰਾ ਦਲਬੀਰ ਕਿਸੇ ਵਕਤ ਬਹੁਤ ਵੱਡਾ ਆਗੂ ਹੁੰਦਾ ਸੀ, ਉਹ ਵੀ ਐਮਐਲਏ ਰਿਹਾ, ਉਹਨੂੰ ਮਾਰ ਦਿੱਤਾ ਗਿਆ ਸੀ। ਤੇ ਉਸ ਦਾ ਹੁਣ ਗੁਲਜ਼ਾਰ ਸਿੰਘ ਆਪ ਥੋੜੀਆਂ ਜਮਾਤਾਂ ਪੜ੍ਹਿਆ, ਭਾਵੇਂ ਠੀਕ ਹੈ ਕਿ ਵਫਾਦਾਰ ਤਾਂ ਬਹੁਤ ਹੈ, ਪਰ ਉਹ ਲਿਆਕਤ ਨਹੀਂ ਜਿਹੜੀ ਉਹਦੇ ਸਾਹਮਣੇ ਇਸ ਵਕਤ ਜਿਹੜਾ ਕਾਂਗਰਸ ਦਾ ਕੈਂਡੀਡੇਟ ਤਰਸੇਮ ਸਿੰਘ ਡੀਸੀ ਜਿਹੜਾ ਜੇਤੂ ਉੱਥੋਂ ਹੋਇਆ, ਜਿਹਨੇ ਹਰਾਇਆ ਸੀ ਗੁਲਜ਼ਾਰ ਸਿੰਘ ਨੂੰ, ਉਹਦੇ ਮੁਕਾਬਲਾ ਕਰਨ ਵਾਸਤੇ ਤਾਂ ਗੁਲਜ਼ਾਰ ਸਿੰਘ ਰਣੀਕੇ ਦਾ ਆਪਣਾ ਪੁੱਤਰ ਬੜਾ ਮੈਚਿਓਰ ਹੈ ਮੁੰਡਾ, ਬੜਾ ਪੋਲੀਟੀਕਲੀ ਵੇਕੈਂਟ ਵੀ ਹੈ, ਪੜ੍ਹਿਆ ਲਿਖਿਆ ਵੀ ਹੈ। ਹੁਣ ਜਿੰਨਾ ਚਿਰ ਨਵਾਂ ਖੂਨ ਨਹੀਂ ਪੈਂਦਾ ਉਹਨਾਂ ਚ ਸ਼੍ਰੋਮਣੀ ਅਕਾਲੀ ਦਲ ਨੂੰ ਨਵੀਂ ਜ਼ਿੰਦਗੀ ਦੀ ਇੱਕ ਤੰਦ ਨਹੀਂ ਲੱਭ ਸਕਦੀ। ਸੋ ਇਸ ਕਰਕੇ ਮੇਰੀ ਓਪੀਨੀਅਨ ਇਹ ਹੈ ਕਿ ਇਹ ਜਿਹੜਾ ਇੱਕ ਅਨਡੈਮੋਕ੍ਰੈਟਿਕ ਸਿਸਟਮ ਹੈ ਟਿਕਟਾਂ ਦੀ ਵੰਡ ਦਾ, ਕਿ ਜਿੱਥੇ ਜਾਓ ਕਦੇ ਇਸ ਜੇਬ ਚੋਂ ਕੱਢ ਲਓ, ਕਦੇ ਬੱਖੀ ਵਾਲੀ ਜੇਬ ਚੋਂ ਕੱਢ ਲਓ, ਕਦੇ ਜੈਕਟ ਚੋਂ ਕੱਢ ਲਓ। ਇਹ ਮਖਾਣੇ ਵੰਡਦੇ ਫਿਰਦੇ ਹੋ, ਟਿਕਟਾਂ ਥੋੜਾ ਵੰਡਦੇ ਫਿਰਦੇ ਹੋ। ਇਹਦਾ ਮਤਲਬ ਤੁਹਾਡੀ ਕੋਰ ਕਮੇਟੀ ਦਾ ਕੀ ਹੋ ਗਿਆ ਸਟੇਟਸ, ਕੀ ਰਹਿ ਗਿਆ? ਤੁਹਾਡੀ ਪੋਲੀਟੀਕਲ ਅਫੇਅਰਸ ਕਮੇਟੀ ਦਾ ਸਟੇਟਸ ਕੀ ਰਹਿ ਗਿਆ? ਤੁਹਾਡੀ ਜਿਹੜੀ ਇੱਕ ਨਿਜ਼ਾਮਤ ਹੈ ਪੂਰੀ ਦੀ ਪੂਰੀ, ਉਹ ਤਾਂ ਪ੍ਰਧਾਨ ਸਾਹਿਬ ਤੁਹਾਡੀ ਫਰਜ਼ ਦਾ ਹੀ ਬਣਦਾ ਕਿ ਆਪਣੇ ਇੱਕ ਪ੍ਰੋਸੈਸ ਦੇ ਵਿੱਚ ਦੀ ਕੱਢੋ। ਬੰਦੇ ਭਾਵੇਂ ਇਹੀ ਹੋਣ ਤੁਹਾਡੇ, ਪਰ ਲੋਕਾਂ ਦੀਆਂ ਅੱਖਾਂ ਵਿੱਚ ਇੱਕ ਤੁਹਾਡਾ ਸਪਸ਼ਟ ਵਿਜ਼ਨ ਜ਼ਰੂਰ ਜਾਣਾ ਚਾਹੀਦਾ। ਸੋ ਹਾਂ, ਦੂਸਰੇ ਪਾਸੇ ਤੁਸੀਂ ਨਵੇਂ ਬੰਦੇ ਲੱਭ ਰਹੇ ਹੋ, ਵੱਖ-ਵੱਖ ਸਫੀਅਰ ਦੇ ਬੰਦਿਆਂ ਦੀ ਤੁਸੀਂ ਚੋਣ ਲੱਭ ਰਹੇ ਹੋ, ਵਿਭਾਲ ਕਰ ਰਹੇ ਹੋ ਕਿ ਕਿੱਥੇ ਕੌਣ ਹੋ ਸਕਦਾ, ਕਿੱਥੇ ਕੌਣ ਹੋ ਸਕਦਾ। ਸਿਸਟਮ ਹੈ ਕੋਈ ਨਹੀਂ। ਜੇ ਜੇਬ ਚ ਰੁਮਾਲ ਆ ਗਿਆ ਉਹਦੇ ਨਾਲ ਮੂੰਹ ਪੂੰਝ ਲਿਆ, ਜੇ ਠਾਠੀ ਆ ਗਈ ਉਹਦੇ ਨਾਲ ਮੂੰਹ ਪੂੰਝ ਲਿਆ, ਝੱਗਾ ਲੱਭ ਗਿਆ ਝੱਗੇ ਨਾਲ ਮੂੰਹ ਪੂੰਝ ਲਿਆ, ਉਹੋ ਜਿਹਾ ਕੰਮ ਹੋ ਰਿਹਾ। ਸੋ ਮੈਨੂੰ ਲੱਗਦਾ ਕਿ ਡੈਮੋਕ੍ਰੇਟਿਕ ਨਹੀਂ ਹੈ। ਔਰ ਇਸੇ ਤਰ੍ਹਾਂ ਹੀ ਕਾਂਗਰਸ ਖਿਲ ਰਿਹਾ ਘਰ ਹੈ। ਹੁਣ ਤਿੰਨ ਤਾਂ ਮੁੱਖ ਮੰਤਰੀ ਹੋ ਗਏ ਦਾਅਵੇਦਾਰ 2022 ਦੇ, ਕੈਪਟਨ ਅਮਰਿੰਦਰ ਸਿੰਘ ਹੋਰੀ ਹੋ ਗਏ, ਸਾਡਾ ਮਾਝੇ ਵਾਲਾ ਸਰਦਾਰ ਹੋ ਗਿਆ ਤੁਹਾਡਾ ਰੱਬ ਭਲਾ ਕਰੇ ਬਾਜਵਾ, ਪ੍ਰਤਾਪ ਸਿੰਘ ਹੋ ਗਿਆ, ਤੇ ਤੀਸਰਾ ਉਮੀਦਵਾਰ ਭਾਵੇਂ ਮੂੰਹੋਂ ਨਹੀਂ ਬੋਲਦਾ ਪਰ ਚਿੱਤੋਂ ਤਾਂ ਮੰਨਦਾ ਨਾ ਕਿ ਮੈਂ ਮੁੱਖ ਮੰਤਰੀ ਦਾ ਮਟੀਰੀਅਲ ਹਾਂ,
ਨਵਜੋਤ ਸਿੰਘ ਹੂੰ ਸਿੱਧੂ। ਹੂੰ ਸੋ ਜੀ 3 ਮੁੱਖ ਮੰਤਰੀ ਤਾਂ ਸਾਡੇ ਬਣ ਗਏ ਕਾਂਗਰਸ ਦੇ ਵਿੱਚ ਹੁਣੇ ਪਹਿਲਾਂ ਹੀ। ਇਸੇ ਹੂੰ ਤਰ੍ਹਾਂ ਹੀ ਹੂੰ ਆਮ ਆਦਮੀ ਪਾਰਟੀ 'ਚ ਮੁੱਖ ਮੰਤਰੀ 3-4 ਨੇ। ਇਸ ਜੀ ਤਰ੍ਹਾਂ ਹੀ ਜਿਹੜੇ ਕਿਸਾਨ ਆਗੂ ਨੇ ਉਹਨਾਂ ਦੇ ਵਿੱਚ ਹੂੰ ਕੁਝ ਲੋਕਾਂ ਦੇ ਮਨ 'ਚ ਲੱਡੂ ਭੁਰਦੇ ਨੇ। ਜੀ ਸੋ ਬੜੀ ਅਜੀਬ ਕਿਸਮ ਦੀ ਗੰਦਲ ਚੌਦੇ ਪਈ ਹੋਈ ਹੈ। ਜਿਵੇਂ ਕਹਿੰਦੇ ਨਾ ਕਿ ਸਾਰਾ ਖਿਲਾਰਾ ਇੰਨਾ ਖਿਲਰਿਆ ਹੋਇਆ ਕਿ ਲੋਕਾਂ ਨੂੰ ਇਹ ਹੂੰ ਸਮਝ ਨਹੀਂ ਹੂੰ ਪੈ ਰਿਹਾ ਕਿ ਉੱਡਦੀ ਧੂੜ ਧੂੜ ਦੇ ਵਿੱਚੋਂ ਆਪਣੇ ਸੱਜਣਾ ਦਾ ਚਿਹਰਾ ਕਿਵੇਂ ਪਛਾਣਿਆ ਜਾ ਸਕੇਗਾ। ਜੀ ਤੇ ਚਲੋ ਕੋਈ ਨਹੀਂ, ਵੋਟਰ ਹੈਗੇ ਨੇ, ਸਮਾਂ ਹੈਗਾ, ਸਮਝਦਾਰੀ ਵਿਖਾਉਣਗੇ। ਤੇ ਇਸ ਵੇਲੇ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਸਮਝਦਾਰੀ ਵਿਖਾਉਂਦੇ ਹਾਂ ਤੇ ਅਗਲੇ ਸੈਗਮੈਂਟ ਵੱਲ, ਜਿਹਦੇ 'ਚ ਅਸੀਂ ਸ਼ਰਧਾਂਜਲੀਆਂ ਤੇ ਬਰਸੀਆਂ ਵਿਸ਼ੇਸ਼ ਤੌਰ ਤੇ ਜਿਹੜੀਆਂ ਇਸ ਹਫ਼ਤੇ ਦੇ ਦੌਰਾਨ ਹੁੰਦੀਆਂ ਨੇ, ਉਹਨਾਂ ਸ਼ਖਸੀਅਤਾਂ ਨੂੰ ਯਾਦ ਕਰਦੇ ਹਾਂ। ਤੇ ਬਰਸੀ ਸਮਾਗਮ ਦੇ ਤੌਰ ਤੇ ਜਾਂ ਸ਼ਰਧਾਂਜਲੀ ਦੇ ਤੌਰ ਤੇ ਕਿਹੜੀ ਸ਼ਖਸੀਅਤ ਦਾ ਨਾਮ ਇਸ ਵੇਲੇ ਤੁਹਾਡੇ ਜ਼ਿਹਨ ਦੇ ਵਿੱਚ ਹੈ? ਜਥੇਦਾਰ ਗੁਰਚਰਨ ਸਿੰਘ ਟੌਹੜਾ ਹੋਰਾਂ ਨੇ ਆਪਣੀ ਜ਼ਿੰਦਗੀ ਦੇ ਆਖਰੀ ਸਵਾਸ 17 ਸਾਲ ਪਹਿਲਾਂ ਲਏ ਸੀ। ਔਰ ਜੀ ਇਹ ਮੇਰੇ ਤੱਕ ਤੇ ਸੂਚਨਾ ਕਿਤੋਂ ਨਹੀਂ ਆਈ ਕਿ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਦੀ ਬਰਸੀ ਮਨਾਈ ਹੋਵੇ। ਪਰ ਪੰਜਾਬ ਜੀ ਗਵਰਨਮੈਂਟ ਦਾ ਇਸ਼ਤਿਹਾਰ ਜ਼ਰੂਰ ਦੇਖਿਆ ਮੈਂ, ਪਲੱਸ ਇਹ ਹੂੰ ਨਿਊਜ਼ ਵੀ ਪੜ੍ਹੀ ਕਿ ਸਾਧੂ ਸਿੰਘ ਧਰਮਸ਼ੋਤ ਜਿਹੜੇ ਵਜ਼ੀਰ ਨੇ ਪੰਜਾਬ ਦੇ, ਉਹ ਜੀ ਉਚੇਚੇ ਤੌਰ ਦੇ ਉੱਤੇ ਉਸ ਬਰਸੀ ਸਮਾਗਮ ਦੇ ਵਿੱਚ ਉਹਨਾਂ ਟੌਹੜਾ ਪਿੰਡ 'ਚ ਗਏ ਔਰ ਟੌਹੜਾ ਸਾਹਿਬ ਬਾਰੇ ਕੁਝ ਗੱਲਾਂ ਕੀਤੀਆਂ। ਟੌਹੜਾ ਜੀ ਸਾਹਿਬ ਲੰਮਾ ਸਮਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਨੇ, ਮੈਂਬਰ ਜੀ ਪਾਰਲੀਮੈਂਟ ਰਹੇ ਨੇ, ਚੁਣੇ ਹੋਏ ਵੀ ਤੇ ਰਾਜ ਸਭਾ 'ਚ ਨਾਮਜ਼ਦ ਵੀ। ਉਸ ਤੋਂ ਜੀ ਬਿਨਾਂ ਉਹਨਾਂ ਦੀ ਜਿਹੜੀ ਸ਼ਖਸੀਅਤ ਹੈ ਉਹ ਪੰਜਾਬ ਦੇ ਉਸਾਰਨਹਾਰਿਆਂ 'ਚ ਗਿਣੀ ਜਾਂਦੀ ਹੈ, ਉਹ ਪੰਜਾਬ ਨੂੰ ਜੀ ਡੋਬਣ ਵਾਲਿਆਂ 'ਚ ਨਹੀਂ ਗਿਣੀ ਜਾਂਦੀ। ਜੇ ਹੂੰ ਸੰਸਥਾਗਤ ਨਿਜ਼ਾਮ ਆ ਤੇ ਉਹਨਾਂ ਦੀ ਪ੍ਰਧਾਨਗੀ ਥੱਲੇ ਜਿੰਨਾ ਪਸਾਰ ਹੋਇਆ ਸਿੱਖਿਆ ਅਦਾਰਿਆਂ ਦਾ, ਖਾਸ ਕਰਕੇ ਨਨਕਾਣਾ ਸਾਹਿਬ ਸਕੂਲਸ ਦਾ, ਉਹ ਜੀ ਆਪਣੇ ਆਪ 'ਚ ਮਿਸਾਲੀ ਹੈ। ਜਿੰਨੇ ਕਾਲਜਸ ਐਸਟੈਬਲਿਸ਼ ਹੋਏ, ਸਥਾਪਿਤ ਹੋਏ, ਉਹ ਵੀ ਮਿਸਾਲੀ ਹੈ। ਹੂੰ ਇਹ ਗੱਲ ਵੱਖਰੀ ਕਿ ਜੀ ਉਹਨਾਂ ਤੋਂ ਬਾਅਦ ਜਿਹੜੇ ਲੋਕ ਪ੍ਰਧਾਨ ਬਣੇ, ਭਾਵੇਂ ਬੀਬੀ ਜਗੀਰ ਕੌਰ ਸਨ ਜਾਂ ਉਸ ਤੋਂ ਬਾਅਦ ਹੂੰ ਵਿੱਚ ਸਾਹਿਬ ਤਾਰ ਸਿੰਘ ਮੱਕੜ ਲੰਮਾ ਸਮਾਂ ਰਹੇ। ਮੱਕੜ ਸਾਹਿਬ ਦੇ 11 ਸਾਲ ਦਾ ਜਿਹੜਾ ਸਮਾਂ ਸੀ ਉਹਦੇ ਵਿੱਚ ਸਭ ਤੋਂ ਵੱਧ ਉਹਨਾਂ ਨੇ ਪਸਾਰ ਆਪਣੇ ਵਿਦਿਅਕ ਅਦਾਰਿਆਂ ਦਾ ਕੀਤਾ ਔਰ ਜਿੱਥੇ ਕਿਤੇ ਵੀ ਕੁਝ ਲੈਕੂਨਾ ਸੀ ਉਹ ਲੈਕੂਨਾ ਜੀ ਉਹਨਾਂ ਨੇ ਖਤਮ ਕੀਤੇ। ਜਿਵੇਂ ਸਟਾਫ ਦੀਆਂ ਤਨਖਾਹਾਂ ਦਾ ਮਸਲਾ ਸੀ, ਸ਼੍ਰੋਮਣੀ ਕਮੇਟੀ ਸਟਾਫ ਦਾ ਮਸਲਾ ਸੀ, ਜੀ ਕੁਆਲਿਟੀ ਆਫ ਲੰਗਰ ਨੂੰ ਸੁਧਾਰਨ ਦਾ ਮਸਲਾ ਸੀ, ਉਹਨਾਂ ਨੇ ਸਾਰੇ ਕੁਝ ਹੂੰ ਨੂੰ ਆਪਣੇ ਪੋਜ਼ਿਟਿਵ ਢੰਗ ਨਾਲ ਸੁਧਾਰਨ ਦੀ ਕੋਸ਼ਿਸ਼ ਕੀਤੀ ਔਰ ਉਹ ਬਾਰ-ਬਾਰ ਕਹਿੰਦੇ ਸੀ ਕਿ ਸਾਰਾ ਕੁਝ ਮੈਂ ਗੁਰਚਰਨ ਸਿੰਘ ਟੌਹੜਾ ਦੇ ਕੀਤੇ ਕੰਮ ਨੂੰ ਹੀ ਅੱਗੇ ਵਧਾ ਰਿਹਾ। ਅੱਛਾ, ਜੀ ਟੌਹੜਾ ਸਾਹਿਬ ਦੀ ਯਾਦ ਵਿੱਚ ਬਹੁਤ ਸਾਰੀਆਂ ਗੱਲਾਂ ਹੋਰ ਐਸੀਆਂ ਨੇ ਜਿਹੜੀਆਂ ਸੂਬੇ ਦੇ ਜੀ ਲੋਕ ਚੇਤੇ ਕਰਦੇ ਨੇ, ਉਹਨਾਂ ਦੀ ਸਾਦਗੀ ਨੂੰ ਚੇਤੇ ਕਰਦੇ ਨੇ, ਉਹਨਾਂ ਦੇ ਵਿਹਾਰ ਨੂੰ ਚੇਤੇ ਹੂੰ ਕਰਦੇ ਨੇ, ਉਹਨਾਂ ਦੇ ਪਿਆਰ ਨੂੰ ਚੇਤੇ ਕਰਦੇ ਨੇ, ਦੁਲਾਰ ਨੂੰ ਚੇਤੇ ਕਰਦੇ ਨੇ। ਮੈਂ ਆਪ ਜੀ ਉਹਨਾਂ ਭਾਗਾਂ ਵਾਲਿਆਂ ਚੋਂ ਆ ਜਿਨ੍ਹਾਂ ਨੂੰ ਮੁਹੱਬਤ ਉਹਨਾਂ ਦੀ ਨਸੀਬ ਸੀ ਔਰ ਫਾਦਰ ਜੀ ਫਿਗਰ ਦੇ ਰੂਪ ਦੇ ਵਿੱਚ ਜਦੋਂ ਵਿਚਰਦੇ ਸੀ, ਥਾਪੜਾ ਦਿੰਦੇ ਸੀ। ਈਵਨ ਪੰਜਾਬੀ ਸਾਹਿਤ ਹੂੰ ਅਕਾਡਮੀ ਲੁਧਿਆਣਾ ਦੇ ਅਹੁਦੇਦਾਰ ਹੋਣ ਨਾਤੇ ਜਦੋਂ ਪੂਨੀ ਸਾਹਿਬ ਸਾਡੇ ਜੀ ਪ੍ਰਧਾਨ ਸਾਹਿਬ ਅਮਰੀਕ ਸਿੰਘ ਪੂਨੀ, ਤਾਂ ਉਹਨਾਂ ਨੇ ਸਾਨੂੰ ਜਿਵੇਂ ਇਮਦਾਦ ਕੀਤੀ, ਖਾਸ ਕਰਕੇ ਆਰਥਿਕ ਤੌਰ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ। ਜਾਂ ਰਾਮਗੜੀਆ ਹੂੰ ਗਰਲਸ ਕਾਲਜ 'ਚ ਇੱਥੇ ਇੱਕ ਵਾਰ ਉਹਨਾਂ ਆਏ ਤਾਂ ਉਹਨਾਂ ਨੇ ਕਿਵੇਂ ਉਹਨਾਂ ਨੇ ਬੱਚੀਆਂ ਵਾਸਤੇ ਹੈਲਪ ਕੀਤੀ। ਕਈ ਸੰਸਥਾਵਾਂ ਹੋਰ ਮੈਂ ਜਾਣਦਾ, ਈਵਨ ਬਟਾਲੇ ਜੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਆਪਣੇ ਜਦੋਂ ਮਨਾਇਆ ਗੋਲਡਨ ਜੁਬਲੀ ਸਾਲ, ਉਹਦੇ ਵਿੱਚ ਕਿਵੇਂ ਜੀ ਉਸ ਸੰਸਥਾ ਨੂੰ ਭੁਪਿੰਦਰ ਸਿੰਘ ਮਾਨ ਹੋਰਾਂ ਦੇ ਕਹਿਣ ਦੇ, ਪ੍ਰਿੰਸੀਪਲ ਸੁਖਵੰਤ ਸਿੰਘ ਹੋਰਾਂ ਦੇ ਕਹਿਣ ਦੇ ਉੱਤੇ ਉਹਨਾਂ ਨੇ ਕਿਵੇਂ ਉੱਥੇ ਇੱਕ ਹਾਲ ਪੂਰੇ ਦਾ ਪੂਰਾ ਬਣਾਉਣ ਦਾ ਇਕਰਾਰ ਹੀ ਨਹੀਂ ਕੀਤਾ, ਨਿਭਾ ਦਿੱਤਾ। ਸੋਭਾ ਸਿੰਘ ਮੈਮੋਰੀਅਲ ਜੀ ਫਾਊਂਡੇਸ਼ਨ ਦੀ ਅਸੀਂ ਲਾਇਬ੍ਰੇਰੀ ਭਵਨ ਬਣਾਇਆ ਉੱਥੇ, ਗੁਰੂ ਹੂੰ ਹਰਗੋਬਿੰਦ ਭਵਨ, ਉਹਦੇ ਵਾਸਤੇ ਜੀ ਕਿਵੇਂ ਉਹ ਨੀਂਹ ਪੱਥਰ ਰੱਖਣ ਵੇਲੇ ਉਹਨਾਂ ਨੇ ਕਿਹਾ ਕਿ ਇੱਟਾਂ ਵੀ ਮੈਂ ਭੇਜਾਂਗਾ, ਸੀਮਿੰਟ ਵੀ ਮੈਂ ਹੂੰ ਭੇਜਾਂਗਾ, ਕਾਰ ਸੇਵਾ ਵਾਲਾ ਸੰਤ ਵੀ ਮੈਂ ਦਿਆਂਗਾ ਔਰ ਤੁਸੀਂ ਇਹਨੂੰ ਜੀ ਉਸਾਰੋ। ਔਰ ਇਹ ਉਹਨਾਂ ਹੂੰ ਦੇ ਕੰਮ ਨੇ ਜਿਹੜੇ ਮਤਲਬ ਕੱਲੇ-ਕੱਲੇ ਬੰਦਿਆਂ ਦੀ ਜ਼ੁਬਾਨ ਤੇ ਨੇ। ਸੋ ਗੁਰਚਰਨ ਜੀ ਸਿੰਘ ਟੌਹੜਾ ਦੀ ਬਰਸੀ ਇਸ ਸਮੇਂ ਦੌਰਾਨ ਇਹਦੇ ਪਿਛਲੇ ਹਫ਼ਤੇ ਜਿਹੜੀ ਆਈ ਹੈ ਉਹਦੇ ਰਾਹੀਂ ਅਸੀਂ ਉਹਨਾਂ ਨੂੰ ਸਲਾਮ ਆਖਦੇ ਹਾਂ, ਸਤਿਕਾਰ ਦਿੰਦੇ ਹਾਂ ਔਰ ਚਰਨ ਬੰਦਨਾ ਜੀ ਕਰਦੇ ਹਾਂ। ਉਸ ਤੋਂ ਜੀ ਬਿਨਾਂ ਸਾਡੇ ਕੋਲ ਹੋਰ ਵੱਡੇ ਲੋਕ ਜਿਹੜੇ ਇਸ ਸਮੇਂ ਦੌਰਾਨ ਵਿਛੜੇ ਨੇ, ਖਾਸ ਕਰਕੇ ਉਹਨਾਂ 'ਚ ਜੀ ਸਿੱਖਿਆ ਅਦਾਰਿਆਂ ਦੇ ਕੁਝ ਮੁਖੀ ਸਾਹਿਬਾਨ, ਜਿਨ੍ਹਾਂ ਦੇ ਵਿੱਚ ਪ੍ਰੋਫੈਸਰ ਤਰਸੇਮ ਬਾਈਆ ਜਿਹੜੇ ਏਐਸ ਕਾਲਜ ਖੰਨਾ ਦੇ ਪ੍ਰਿੰਸੀਪਲ ਵੀ ਰਹੇ ਔਰ ਉਸ ਤੋਂ ਪਹਿਲਾਂ ਲੰਮਾ ਸਮਾਂ ਉਸ ਕਾਲਜ ਦੇ ਪ੍ਰੋਫੈਸਰ ਵੀ ਰਹੇ, ਪੰਜਾਬ ਯੂਨੀਵਰਸਿਟੀ ਸਿੰਡੀਕੇਟ ਸੈਨੇਟ ਦੇ ਮੈਂਬਰ ਰਹੇ ਔਰ ਨਾਲ ਦੀ ਨਾਲ ਉਹ ਜਿਹੜੀ ਪੰਜਾਬ ਤੇ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਦਾ ਲੰਮਾ ਸਮਾਂ ਪ੍ਰਧਾਨ ਔਰ ਅਹੁਦੇਦਾਰ ਰਹੇ। ਔਰ ਜੀ ਮੇਰੇ ਵਰਗੇ ਕਈਆਂ ਨੂੰ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਉਂਗਲ ਫੜ ਕੇ ਤੁਰਨਾ ਸਿਖਾਇਆ। ਮੈਨੂੰ ਲੱਗਦਾ ਜੀ ਕਿ ਪ੍ਰੋਫੈਸਰ ਤਰਸੇਮ ਬਾਈਆ ਦਾ ਜਾਣਾ ਵਿਛੋੜਾ ਜਿਹੜਾ ਖਾਸ ਕਰਕੇ ਕਰੋਨਾ ਕਰਕੇ ਜਾਂ ਕੋਵਿਡ ਕਰਕੇ ਉਹ ਜੀ ਬੜਾ ਦੁਖਦਾਈ ਹੈ ਔਰ ਉਹਦੇ ਪਰਿਵਾਰ ਨੇ ਜਿਹੜੀਆਂ ਗੱਲਾਂ ਆਖੀਆਂ ਨੇ ਕਿ ਦਇਆਨੰਦ ਹਸਪਤਾਲ ਨੇ ਸਾਨੂੰ ਪੂਰਾ ਸਹਿਯੋਗ ਨਹੀਂ ਕੀਤਾ, ਇਲਾਜ ਪ੍ਰਬੰਧ ਦੇ ਵਿੱਚ ਜੀ ਕਮੀ ਰਹੀ, ਉਹ ਉਦਾਸ ਹੂੰ ਕਰਦਾ ਹੈ। ਇਸੇ ਤਰ੍ਹਾਂ ਜੀ ਹੀ ਭੰਗੜੇ ਦੀ ਦੁਨੀਆ ਦਾ ਵੱਡਾ ਨਾਂ ਸੀ ਪ੍ਰੋਫੈਸਰ ਇੰਦਰਜੀਤ ਸਿੰਘ, ਜਿਹੜੇ ਰਜਿਸਟਰਾਰ ਜੀ ਵੀ ਰਹੇ ਪੰਜਾਬ ਗੁਰੂ ਨਾਨਕ ਯੂਨੀਵਰਸਿਟੀ ਦੇ ਔਰ ਜਿਹਦੇ ਚੇਲਿਆਂ ਦੇ ਵਿੱਚੋਂ ਸ਼ਾਗਿਰਦਾਂ ਵਿੱਚੋਂ ਮਲਕੀਤ ਸਿੰਘ ਗੋਲਡਨ ਸਟਾਰ ਹੈ, ਸਰਬਜੀਤ ਚੀਮਾ ਹੈ, ਰੂਪਲਾਲ ਜੀ ਮਕਬੂਲ ਹੈ, ਜਿਹਦੇ ਜੀ ਵਿੱਚ ਵਿਜੇ ਧੰਮੀ ਹੈ, ਹੋਰ ਬੜੇ ਨੌਜਵਾਨ ਸੀ ਜਿਨ੍ਹਾਂ ਨੂੰ ਪ੍ਰੇਰਿਤ ਕਰਕੇ ਫੋਕ ਡਾਂਸਸ ਰਾਹੀਂ ਲੋਕ ਸੰਗੀਤ ਤੇ ਰਾਹ ਤੋਰਿਆ। ਔਰ ਜੀ ਦੂਰਦਰਸ਼ਨ ਦੇ ਉੱਤੇ ਜਦੋਂ ਉਹਨਾਂ ਨੇ ਆਪਣੀ ਹਾਜ਼ਰੀ ਲਵਾਈ ਐਜ਼ ਕੋਰੀਓਗ੍ਰਾਫਰ, ਤਾਂ ਉਹ ਪਹਿਲੀ ਵਾਰ ਸੀ ਹਰਜੀਤ ਸਿੰਘ ਦੇ ਕਹਿਣ ਦੇ ਜਦੋਂ ਉਹਨਾਂ ਨੇ ਕੋਰੀਓਗ੍ਰਾਫੀ ਸ਼ੁਰੂ ਕੀਤੀ ਔਰ ਉਸ ਤੋਂ ਬਾਅਦ ਭੰਗੜਾ
ਪਰਮਾਨੈਂਟਲੀ ਇੰਟਰੋਡਿਊਸ ਹੋ ਗਿਆ ਪੰਜਾਬੀ ਲੋਕ ਸੰਗੀਤ ਦੇ ਨਾਲ ਉਸ ਇੰਸਟੀਟਿਊਸ਼ਨ ਦੇ ਵਿੱਚ, ਦੂਰਦਰਸ਼ਨ ਦੇ ਵਿੱਚ। ਮੈਨੂੰ ਯਾਦ ਆਉਂਦਾ 1997 ਚ ਜਦੋਂ ਇੱਕ ਵਫਦ ਗਿਆ ਇੱਥੋਂ, ਕਲਚਰਲ ਡੈਲੀਗੇਸ਼ਨ ਗਿਆ ਪਾਕਿਸਤਾਨ, ਔਰ ਆਲਾ ਹਮਰਾ ਦੇ ਵਿੱਚ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੀ ਟੀਮ ਦੇ ਉਹ ਇੰਚਾਰਜ ਸਨ, ਉਦੋਂ ਉੱਥੇ ਪੜ੍ਹਾਉਂਦੇ ਸੀ। ਔਰ ਉਸ ਜਿੰਨਾ ਇੱਜ਼ਤ ਮਾਣ ਉੱਥੇ ਉਹਨਾਂ ਨੂੰ ਮਿਲਿਆ, ਖਾਸ ਕਰਕੇ ਪ੍ਰੋਫੈਸਰ ਇੰਦਰਜੀਤ ਸਿੰਘ ਨੂੰ ਇੱਕ ਫਾਦਰ ਫਿਗਰ ਗਿਣਿਆ ਜਾਂਦਾ ਸੀ ਫੋਕ ਡਾਂਸਰਸ ਦੀ ਦੁਨੀਆ ਦੇ ਵਿੱਚ। ਔਰ ਉਹ ਲੁਧਿਆਣੇ ਜੀਜਨ ਖਾਲਸਾ ਕਾਲਜ ਦੇ ਪ੍ਰਿੰਸੀਪਲ ਰਹੇ, ਫਗਵਾੜੇ ਗੁਰੂ ਨਾਨਕ ਕਾਲਜ ਸੁਖਚੈਨ ਸਾਹਿਬ ਦੇ ਵੀ ਪ੍ਰਿੰਸੀਪਲ ਰਹੇ। ਔਰ ਉਹ ਬਹੁਤ ਛੋਟੀ ਉਮਰ ਦੇ ਵਿੱਚ, ਸਿਰਫ 65 ਸਾਲ ਦੀ ਉਹਨਾਂ ਦੀ ਆਯੂ ਸੀ, ਉਹ ਸਾਨੂੰ ਆਪਣੇ ਇੱਕ ਸੜਕ ਹਾਦਸੇ ਵਿੱਚ ਵੀ ਸੱਟ ਲੱਗਣ ਕਰਕੇ, ਸਿਰ ਦੀ ਸੱਟ ਸੀ, CMC ਦੇ ਵਿੱਚ ਇਹਨਾਂ ਦਿਨਾਂ 'ਚ ਸੁਰਗਵਾਸ ਹੋਏ ਨੇ। ਸੋ ਇਸੇ ਪ੍ਰਿਤਪਾਲ ਸਿੰਘ ਜਿਹੜੇ ਮਹਿੰਦਰਾ ਕਾਲਜ ਦੇ ਪ੍ਰਿੰਸੀਪਲ ਰਹੇ, ਡੇਰਾ ਬੱਸੀ ਦੇ ਪ੍ਰਿੰਸੀਪਲ ਰਹੇ, ਔਰ ਪੰਜਾਬੀ ਦੇ ਬੜੇ ਵੱਡੇ ਵਿਦਵਾਨ ਸੀ। ਉਹਨਾਂ ਦੀ ਪੁਸਤਕ ਨਾਵਲ ਦੀ ਪਰਖ ਐਸੀ ਕਿਤਾਬ ਸੀ ਜਿਹੜੀ 1960-61 ਦੇ ਵਿੱਚ ਲਿਖੀ ਗਈ, ਔਰ ਲਗਭਗ ਹੁਣ ਤੱਕ ਉਸ ਨੂੰ ਇੱਕ ਅਥੈਂਟਿਕ ਜਾਂ ਟਕਸਾਲੀ ਪੁਸਤਕ ਰੂਪ ਚ ਪੜ੍ਹਾਇਆ ਜਾਂਦਾ। ਇਹ ਲੋਕ ਤਾਂ ਨਿਖੜੇ ਤਾਰਨ ਗੁਜਰਾਲ ਸਾਡੀ ਬੜੀ ਅੱਛੀ ਕਹਾਣੀਕਾਰ ਸੀ, ਮੋਹਾਲੀ ਚ ਰਹਿੰਦੀ ਸੀ, ਉਸ ਦੀ ਮੌਤ ਹੋਈ। ਇਸੇ ਤਰ੍ਹਾਂ ਇੱਕ ਬਹੁਤ ਪਿਆਰਾ ਪੁੱਤਰ ਸੀ ਸਾਡਾ, ਸਿਰਫ 30 ਸਾਲਾਂ ਦਾ ਗੱਭਰੂ ਦਿਲਜਾਨ, ਜਿਸ ਨੂੰ ਸੁਰ ਖੇਤਰਾਂ ਦੇ ਵਿੱਚ ਵਿਜੇਤੂ ਹੋਣ ਦਾ ਹੱਕ ਹਾਸਲ ਹੋਇਆ, ਕਰਤਾਰਪੁਰ ਤੋਂ ਸੀ ਬੇਟਾ। ਔਰ ਉਸ ਨੂੰ ਜਦੋਂ ਆਸ਼ਾ ਭੋਂਸਲੇ ਨੇ ਸੁਣਿਆ, ਗੁਲਾਮ ਅਲੀ ਸਾਹਿਬ ਨੇ ਸੁਣਿਆ, ਤਾਂ ਦੋਵਾਂ ਨੇ ਉਹਦਾ ਮੱਥਾ ਚੁੰਮਿਆ ਸੀ। ਉਹਦਾ ਜਾਣਾ ਵੀ ਬਹੁਤ ਦੁਖਦਾਈ ਹੈ। ਤੇ ਸ਼ੌਕਤ ਅਲੀ ਭਾਜੀ ਬਾਰੇ ਮੈਂ ਕੀ ਆਖਾਂ, ਕੱਲ ਸ਼ਾਮੀ ਉਹ ਵੀ ਸਾਨੂੰ ਵਿਛੋੜਾ ਦੇ ਗਏ ਨੇ। ਸ਼ੌਕਤ ਅਲੀ ਹੋਰਾਂ ਬਾਰੇ ਗੱਲ ਆਪਾਂ ਵਿਸਤਾਰ ਚ ਵੱਖਰੀ ਕਰ ਲੈਂਦੇ ਹਾਂ ਜੀ। ਤੇ ਗੁਰਭਜਨ ਜੀ, ਜਿੰਨੀਆਂ ਵੀ ਸ਼ਖਸੀਅਤਾਂ ਦਾ ਤੁਸੀਂ ਜ਼ਿਕਰ ਕੀਤਾ, ਉਹ ਆਪਣੇ ਖਿੱਤੇ ਦੇ ਨਾਲ ਸਮਾਜਿਕ ਤੌਰ ਤੇ ਵੀ ਬੜੇ ਕੰਮ ਕੀਤੇ ਉਹਨਾਂ ਨੇ, ਇਸ ਕਰਕੇ ਅਸੀਂ ਯਾਦ ਕੀਤਾ ਉਹਨਾਂ ਨੂੰ, ਤੇ ਦੁਆ ਹੀ ਕਰਦੇ ਹਾਂ ਕਿ ਉਹਨਾਂ ਦੀ ਆਤਮਾ ਜਿੱਥੇ ਵੀ ਹੈ, ਰੱਬ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ। ਤੇ ਗੱਲ ਹੁਣ ਸ਼ੌਕਤ ਅਲੀ ਦਾ ਤੁਸੀਂ ਜ਼ਿਕਰ ਕੀਤਾ, ਲੋਕ ਗਾਇਕ ਦੇ ਤੌਰ ਤੇ ਉਹਨਾਂ ਨੂੰ ਲੋਕ ਜਾਣਦੇ ਨੇ, ਤੇ ਉਹਨਾਂ ਦੀ ਗਾਇਕੀ ਦੇ ਬਾਰੇ, ਉਹਨਾਂ ਦੇ ਜੀਵਨ ਦੇ ਬਾਰੇ ਜਾਣਾਂਗੇ, ਪਰ ਮਿੱਠੀ ਯਾਦ ਦੇ ਵਿੱਚ ਜਾਣਨਾ ਚਾਹਾਂਗੇ ਇਸ ਸ਼ਖਸੀਅਤ ਦੇ ਬਾਰੇ 'ਚ ਤੁਹਾਡੇ ਕੋਲ। ਸ਼ੌਕਤ ਅਲੀ ਕੱਲਾ ਗਾਇਕ ਨਹੀਂ ਸੀ ਜੀ, ਉਹ ਵੱਡਾ ਭਰਾ ਸੀ ਜੀ, ਉਹ એનર્ਜੀ ਸੀ, ਫੁੱਲ ਆਫ એનર્ਜੀ ਸੀ। ਉਹ ਸਰਬਸਾਂਝੀਵਾਲਤਾ ਦਾ ਪ੍ਰਤੀਕ ਸੀ। ਉਹ ਸਹੀ ਪੰਜਾਬੀ ਮਿੱਟੀ ਦੀ ਮਹਿਕ ਦਾ ਪੇਸ਼ਕਾਰ ਗਵਈਆ ਸੀ ਜੀ। ਔਰ ਮੈਨੂੰ ਲੱਗਦਾ ਕਿ ਸ਼ੌਕਤ ਅਲੀ ਨੂੰ ਸੁਣਨ ਤੋਂ ਬਾਅਦ ਤੁਹਾਨੂੰ ਇਸ ਧਰਤੀ ਦੀ ਮਰਿਆਦਤ ਜਿਹੜੀ ਇੱਕ ਸੰਗੀਤ ਪਰੰਪਰਾ, ਪੰਜਾਬੀ ਲੋਕ ਸੰਗੀਤ ਪਰੰਪਰਾ, ਉਹਦੇ ਦਰਸ਼ਨ ਹੁੰਦੇ ਆ ਜੀ। ਮੈਨੂੰ ਯਾਦ ਆਉਂਦਾ ਜਦੋਂ ਪਹਿਲੀ ਵਾਰ ਉਹਨਾਂ ਦੀ ਮੈਂ ਆਵਾਜ਼ ਦੇ ਵਿੱਚ ਮੀਆਂ ਮੁਹੰਮਦ ਬਖਸ਼ ਸਾਹਿਬ ਦਾ ਕਲਾਮ ਸੁਣਿਆ। ਉਹਦੇ ਵਿੱਚ ਸੈਫਲ ਮਲੂਕ ਚ ਮਾਲੀ ਦਾ ਕੰਮ ਪਾਣੀ ਲਾਉਣਾ ਲਾਵੇ ਜਾਂ ਨਾ ਲਾਵੇ, ਪਰ ਮਸ਼ਕਾਂ ਪਾਵੇ, ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ। ਲੋਏ ਲੋਏ ਭਰ ਲੈ ਕੁੜੀਏ, ਜੇ ਤੁਧ ਭਾਂਡਾ ਭਰਨਾ, ਸ਼ਾਮ ਪਈ ਤੇ ਘਰ ਜਾਂਦੀ ਨੇ ਡਰਨਾ। ਚਿੱਟੀ ਚੁੰਨੀ ਲੈ ਲੈ ਕੁੜੀਏ, ਪੈਨ ਫਕੀਰਾਂ ਦੀ ਲੋਈ, ਚਿੱਟੀ ਚੁੰਨੀ ਨੂੰ ਦਾਗ ਹਜ਼ਾਰਾਂ, ਲੋਈ ਨੂੰ ਦਾਗ ਨਾ ਕੋਈ। ਉਹ ਇਹਨੇ ਬਜਟ ਚ ਤੇ ਇਹਨੇ ਡੁੱਬ ਕੇ ਗਾਉਂਦੇ ਸੀ ਕਿ ਤੁਸੀਂ ਨਾਲ ਤੁਰਦੇ ਸੀ, ਐਂ ਲੱਗਦਾ ਸੀ ਕੋਈ ਤੁਹਾਡਾ ਵਡਿੱਕਾ, ਤੁਹਾਡਾ ਵਡੇਰਾ ਲਾਲਟੈਨ ਲੈ ਕੇ ਤੁਹਾਡੇ ਅੱਗੇ ਤੁਰਿਆ ਫਿਰਦਾ। ਤੇ ਮੈਨੂੰ ਯਾਦ ਆਉਂਦਾ, ਮੈਂ ਉਦੋਂ ਬਹੁਤ ਨਿੱਕਾ ਜਿਹਾ ਸਾਂ, ਮੇਰੇ ਖਿਆਲ 10 ਸਾਲ ਤੋਂ 11 ਸਾਲ ਤੋਂ ਜਦੋਂ ਰੇਡੀਓ ਲਾਹੌਰ ਤੋਂ ਮੈਂ ਆਪਣੇ ਪਿੰਡ ਰਹਿੰਦਿਆਂ ਗੀਤ ਸੁਣਦਾ ਹੁੰਦਾ ਸੀ। ਕਾਹਨੂੰ ਦੂਰ ਦੂਰ ਰਹਿੰਦੇ ਹੋ ਹਜ਼ੂਰ ਮੇਰੇ ਕੋਲੋਂ, ਸਾਨੂੰ ਦੱਸ ਦਿਓ ਹੋਇਆ ਕੀ ਕਸੂਰ ਮੇਰੇ ਕੋਲੋਂ, ਕਿੱਥੋਂ ਸਿੱਖ ਲਈਆਂ ਤੁਸਾਂ ਨਜ਼ਰਾਂ ਚਰਾਉਣੀਆਂ। ਫਿਰ ਜੋ ਛੱਲਾ ਗਾਇਆ ਉਹਨਾਂ ਨੇ, ਜਿਹੜਾ ਉਹਨਾਂ ਦੇ ਵੱਡੇ ਵੀਰ ਨਾਇਤ ਅਲੀ ਨੇ ਵੀ ਗਾਇਆ ਸੀ, ਤਾਂ ਇੰਝ ਲੱਗਿਆ ਜਿਵੇਂ ਦਿਨ ਚੜ ਪੈਂਦਾ। ਜਦੋਂ ਉਹਨਾਂ ਨੇ ਕਾਵਾਂ ਉਹ ਸੁਣ ਕਾਵਾਂ, ਕਿੱਥੇ ਮੱਲੀਆਂ ਸੱਜਣਾ ਥਾਵਾਂ, ਕਬਰਾਂ ਉਡੀਕਦੀਆਂ ਜੋ ਪੁੱਤਰਾਂ ਨੂੰ ਮਾਵਾਂ। ਜਦੋਂ ਉਹਨਾਂ ਨੇ ਵੇ ਮੈਂ ਤਿੜਕੇ ਘੜੇ ਦਾ ਪਾਣੀ ਕੱਲ ਤੱਕ ਨਹੀਂ ਰਹਿਣਾ, ਅੰਮ੍ਰਿਤਾ ਪ੍ਰੀਤਮ ਦਾ ਲਿਖਿਆ ਗੀਤ ਗਾਇਆ 1982 ਦੇ ਵਿੱਚ। ਉਹ ਇੱਥੇ ਏਸ਼ੀਅਨ ਖੇਡਾਂ ਦੇ ਵਿੱਚ ਉਹਨਾਂ ਨੇ ਪਬਲਿਕ ਪਰਫਾਰਮੈਂਸ ਵੀ ਦਿੱਤੀ, ਆਪਣੇ ਮੁਲਕ ਵੱਲੋਂ ਆ ਕੇ ਗਾਇਆ ਉਹਨਾਂ ਨੇ। ਅੰਮ੍ਰਿਤਾ ਪ੍ਰੀਤਮ ਨੇ ਇੱਕ ਇੰਟਰਵਿਊ ਉਹਦੀ ਕੀਤੀ ਔਰ ਉਹਦੇ ਤੇ ਆਧਾਰਿਤ ਆਰਟੀਕਲ ਵੀ ਲਿਖਿਆ ਨਾਗਬਾਣੀ ਦੇ ਵਿੱਚ। ਭੁੱਖ ਸੀ ਮਨ ਦੇ ਵਿੱਚ ਕਿ ਸ਼ੌਕਤ ਅਲੀ ਭਾਜੀ ਨੂੰ ਵੇਖਿਆ ਜਾਵੇ, ਮਿਲਿਆ ਜਾਵੇ। ਜਦੋਂ ਪਹਿਲੀ ਵਾਰ ਸ਼ਮਸ਼ੇਰ ਸਿੰਘ ਸੰਧੂ ਨੇ ਉਹਨਾਂ ਬਾਰੇ ਲਿਖਿਆ ਸੁਰ ਦਰਿਆਵਾਂ ਪਾਰ ਦੀ ਕਿਤਾਬ ਦੇ ਵਿੱਚ,
ਤਾਂ ਕਿਉਰਿਆਸਿਟੀ ਹੋਰ ਜਾਗੀ, ਜੀ ਹੋਰ ਜਾਣਿਆ ਜਾਵੇ। ਇੰਨਾ ਹੀ ਪਤਾ ਸੀ ਉਦੋਂ ਵੀ ਮਲਕਵਾਲ ਪਿੰਡ ਗੁਜਰਾਤ ਜ਼ਿਲ੍ਹਾ ਆ, ਮੰਡੀ ਬਹਾਉਦੀਨ ਦੇ ਕੋਲ ਆ, ਹੁਣ ਤੇ ਮੰਡੀ ਬਹਾਉਦੀਨ ਵੀ ਜ਼ਿਲ੍ਹਾ ਬਣ ਗਿਆ, ਤੇ ਇੰਨਾ ਹੀ ਪਤਾ ਸੀ, ਉਸ ਤੋਂ ਬਾਅਦ ਕੱਖ ਨਹੀਂ ਸੀ ਪਤਾ। ਤੇ ਗੁਰਭਜਨ ਜੀ, ਤੁਹਾਨੂੰ ਮੌਕਾ ਮਿਲਿਆ ਉਹਨਾਂ ਨੂੰ ਨਿੱਜੀ ਤੌਰ ਤੇ ਮਿਲਣ ਦਾ? ਮੈਂ ਉੱਥੇ ਆਉਣ ਲੱਗਿਆ ਸੀ। ਅੱਛਾ ਜੀ। ਸ਼ੌਕਤ ਅਲੀ 1900 ਜਦੋਂ 96 ਚ ਆਏ ਨੇ ਨਾ ਪੰਜਾਬ ਪਹਿਲੀ ਵਾਰ, ਤੇ ਉਹਨਾਂ ਨੂੰ ਅਟਾਰੀ ਸਟੇਸ਼ਨ ਤੇ ਰਿਸੀਵ ਕਰਨ ਵਾਸਤੇ ਸਰ ਜਗਦੇਵ ਸਿੰਘ ਜੱਸੋਵਾਲ ਮੈਂ ਇਸ ਕਰਕੇ ਗਏ ਕਿ ਉਹ ਇਕੱਲੇ ਨਹੀਂ ਆ ਰਹੇ, ਉਹਨਾਂ ਨਾਲ ਬਹੁਤ ਵੱਡੀ ਹੋਰ ਇੱਕ ਹਸਤੀਆਂ ਦੀ ਪੂਰੀ ਡਾਰ ਆ ਰਹੀ ਹੈ। ਅਨੈਥਨ ਭੱਟੀ ਸਾਹਿਬ ਉਸ ਕਾਫਲੇ 'ਚ ਸੀ, ਰੇਸ਼ਮਾ ਉਸ ਕਾਫਲੇ 'ਚ ਸੀ, ਅਕਰਮ ਰਾਹੀ ਉਸ ਕਾਫਲੇ 'ਚ ਸੀ। ਇਹਨਾਂ ਚੌਂ ਨੂੰ ਅਸੀਂ ਰਿਸੀਵ ਕਰਕੇ ਜਦੋਂ ਲਿਆਂਦਾ, ਅਸੀਂ ਉਹਨਾਂ ਦੇ ਪਹਿਲਾਂ ਤਾਂ ਤੇਲ ਚੋਇਆ, ਫਿਰ ਉਹਨਾਂ ਨੂੰ ਗੁੜ ਨਾਲ ਮੂੰਹ ਮਿੱਠਾ ਕਰਾਇਆ, ਫਿਰ ਜਦੋਂ ਘੁੱਟ ਕੇ ਜੱਫੀਆਂ ਪਾਈਆਂ ਤੇ ਲੱਗਿਆ ਵੀ ਦੁਨੀਆ ਭਰ ਦਾ ਖਜ਼ਾਨਾ ਸਾਡੀ ਬੁੱਕਲ 'ਚ ਹੈ। ਸਾਡੇ ਵਾਲੀ ਕਾਰ 'ਚ ਹੀ ਉਹ ਸ਼ੌਕਤ ਅਲੀ ਭਾਜੀ ਤੇ ਰੇਸ਼ਮਾ ਸਾਡੇ ਨਾਲ ਬਹਿ ਗਏ ਤੇ ਕਹਿਣ ਲੱਗੇ ਵੀ ਅਸੀਂ ਨਾ ਉਹਨਾਂ ਚਿਰ ਅੰਮ੍ਰਿਤਸਰ ਜਾ ਕੇ ਕੁਝ ਨਹੀਂ ਖਾਣਾ ਪੀਣਾ ਜਿੰਨਾ ਚਿਰ ਅਸੀਂ ਦਰਬਾਰ ਸਾਹਿਬ ਮੱਥਾ ਨਹੀਂ ਟੇਕ ਲੈਂਦੇ। ਤੇ ਮੇਰਾ ਇੱਕ ਦੋਸਤ ਹੁੰਦਾ ਸੀ, ਹੁਣ ਤਾਂ ਮੌਤ ਹੋ ਗਈ ਉਹਦੀ, ਕਲਕੱਤੇ ਲੰਮਾ ਸਮਾਂ ਰਿਹਾ ਸੀ, ਜਰਨਲਿਸਟ ਸੀਗਾ, ਅਮਰਜੀਤ ਸਿੰਘ ਗਰੇਵਾਲ, ਨਾਰਕਵਾਲ ਪਿੰਡ ਤੋਂ ਸੀ। ਮੈਂ ਉਹਨੂੰ ਫੋਨ ਕੀਤਾ ਕਿਸੇ ਥਾਂ ਤੇ ਖਲੋ ਕੇ, ਕਿਉਂਕਿ ਉਦੋਂ ਲੈਂਡਲਾਈਨ ਫੋਨ ਤਾਂ ਹੁੰਦੇ ਸੀ, ਆਹ ਫੋਨ ਤਾਂ ਜੇਬ ਵਾਲੇ ਤੇ ਹੁੰਦੇ ਹੀ ਨਹੀਂ ਸੀ। ਉਹ ਕਹਿਣ ਲੱਗਾ ਆ ਜਾਓ, ਮੈਂ ਨਾ ਮੱਥਾ ਟਿਕਾ ਦਾਂਗੇ, ਜਦ ਕਿ ਉਸ ਦਿਨ 10ਵੇਂ ਪਾਤਸ਼ਾਹ ਦਾ ਗੁਰਪੁਰਬ ਵੀ ਸੀ ਤੇ ਸੰਗਤ ਬਹੁਤ ਸੀ ਦਰਬਾਰ ਸਾਹਿਬ। ਉਹਨੇ ਸਾਨੂੰ ਨਾਲਦਿਆਂ ਨੇ ਡੈਲੀਗੇਸ਼ਨ ਨੂੰ ਵੀ ਅਸੀਂ ਰੋਕ ਲਿਆ ਵੀ ਦਰਬਾਰ ਸਾਹਿਬ ਜਾਣਾ ਪਹਿਲਾਂ, ਤੇ ਇਹ 7-8 ਆਰਟਿਸਟ ਅਸੀਂ ਲੈ ਕੇ ਦਰਬਾਰ ਸਾਹਿਬ ਚਲੇ ਗਏ। ਸੂਚਨਾ ਕੇਂਦਰ ਜਾ ਕੇ ਉਤਰੇ ਤੇ ਉੱਥੇ ਜੋੜੇ ਜਾੜੇ ਉਤਾਰ ਕੇ ਮੂੰਹ ਮਾ ਧੋ ਕੇ ਮਾੜਾ ਮੋਟਾ ਜਦੋਂ ਅੰਦਰ ਨੂੰ ਮੱਥਾ ਟੇਕ ਕੇ ਪਰਤੇ, ਤੇ ਗਰੇਵਾਲ ਨਿੱਕਾ ਜਿਹਾ ਟੇਪ ਰਿਕਾਰਡਰ ਕੱਢੀ ਫਿਰੇ, ਕਹਿੰਦਾ ਜੀ ਮੇਰਾ ਜੀਅ ਕਰਦਾ ਕਿ ਜਿਹੜੇ ਪਾਕਿਸਤਾਨ ਤੋਂ ਆਏ ਸਾਡੇ ਆਰਟਿਸਟ ਨੇ ਕੁਛ ਗਾ ਕੇ ਸੁਣਾਉਣ। ਮੈਨੂੰ ਲੱਗਿਆ ਵੀ ਗਾ ਕੇ ਤਾਂ ਗੀਤ ਗਾ ਸਕਦੇ ਨੇ, ਤਾਂ ਵੀ ਜੇ ਗੀਤ ਗਾਉਣਗੇ ਤਾਂ ਇਹ ਮਰਿਆਦਾ ਖੰਡਿਤ ਨਾ ਹੋਵੇ, ਕੋਈ ਸ਼ਿਕਾਇਤ ਨਾ ਕਰ ਦੇਵੇ ਕਿ ਦਰਬਾਰ ਸਾਹਿਬ 'ਚ ਗੀਤ ਗਾਈ ਜਾਂਦੇ ਨੇ। ਜਾ ਕੇ ਸੂਚਨਾ ਕੇਂਦਰ ਬਾਹਰਲਾ ਹਿੱਸਾ, ਦੁਕਾਨਾਂ ਜੋੜ ਕੇ 2 ਸੂਚਨਾ ਕੇਂਦਰ ਬਣਿਆ ਹੋਇਆ। ਜਦੋਂ ਆਪਾਂ ਅੰਦਰ ਐਂਟਰ ਕਰਦੇ ਹਾਂ ਨਾ, ਖੱਬੇ ਪਾਸੇ ਸੱਜੇ ਪਾਸੇ ਇਹ ਸੂਚਨਾ ਕੇਂਦਰ ਬਣਿਆ ਹੋਇਆ। ਪਰ ਸ਼ੌਕਤ ਅਲੀ ਭਾਜੀ ਨੇ ਰੇਸ਼ਮਾ ਨੂੰ ਆਖਿਆ ਕਿ ਕਬੀਰ ਸਾਹਿਬ ਦਾ ਸ਼ਬਦ ਸੁਣਾਈਏ, ਅਵਲ ਅੱਲਾਹ ਨੂਰ ਪਾਇਆ ਕੁਦਰਤ ਦੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਾ ਕੌਣ ਭਲੇ ਕੌਣ ਮੰਦੇ। ਇਹ ਫਿਰ 4 ਆਰਟਿਸਟਾਂ ਨੇ ਉੱਥੇ ਇਕੱਠਿਆਂ ਨੇ ਗਾਇਆ ਔਰ ਸ਼੍ਰੋਮਣੀ ਕਮੇਟੀ ਵੱਲੋਂ ਉਦੋਂ ਸ਼ਾਇਦ ਕੁਲਵੰਤ ਸਿੰਘ ਸੀ ਸੈਕਟਰੀ, ਉਹਨਾਂ ਨੇ ਸਿਰੋਪਾਓ ਦੀ ਬਖਸ਼ਿਸ਼ ਕੀਤੀ ਇਹਨਾਂ ਸਾਰੇ ਆਰਟਿਸਟਾਂ ਨੂੰ। ਫਿਰ ਅਸੀਂ ਬਾਅਦ 'ਚ ਜਦੋਂ ਅਸੀਂ ਆ ਗਏ ਉੱਥੇ ਰਾਮਬਾਗ ਕਲੱਬ ਦੇ ਵਿੱਚ, ਉੱਥੇ ਰਿਸੀਵ ਕਰਨ ਵਾਸਤੇ ਜਿਹੜੇ ਅਸਲੀ ਆਰਗੇਨਾਈਜ਼ਰ ਸੀ, ਹਰਨੇਕ ਸਿੰਘ ਘੜੂਆ, ਜਸਜੀਤ ਸਿੰਘ, ਪੰਮੀ ਬਾਈ, ਇਹ ਨੱਚਦੀ ਜਵਾਨੀ ਕਲਚਰ ਸੁਸਾਇਟੀ ਵੱਲੋਂ ਸਾਂਝੇ ਤੌਰ ਤੇ ਲੋਕ ਸੰਗੀਤ ਉਤਸਵ ਮੋਹਾਲੀ 'ਚ ਕੀਤਾ ਗਿਆ ਸੀ। ਹਰਨੇਕ ਸਿੰਘ ਘੜੂਆ ਉਹਦੀ ਅਗਵਾਈ ਕਰ ਰਹੇ ਸੀ। ਇਹਨਾਂ ਨੇ ਫਿਰ ਉੱਥੇ ਰਿਸੀਵ ਕੀਤਾ। ਅੱਜ ਦੇ ਵਜ਼ੀਰ ਜਿਹੜੇ ਨੇ ਉਹ MLA ਸੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਮਗਰੋਂ ਵਜ਼ੀਰ ਬਣੇ, ਹੁਣ ਸੁਰਗਵਾਸ ਹੋ ਚੁੱਕੇ ਨੇ ਜਸਜੀਤ ਸਿੰਘ ਰੰਧਾਵਾ, ਪਰਮਿੰਦਰ ਸਿੰਘ ਰਾਜਾਸਾਂ ਸੀ, MLA ਵੀ ਸੀ, ਵਜ਼ੀਰ ਵੀ ਸੀ। ਇਹ ਰਿਸੀਵ ਕਰਨ ਵਾਸਤੇ ਹਾਜ਼ਰ ਸੀ ਉੱਥੇ ਰਾਮਬਾਗ ਕਲੱਬ ਦੇ ਵਿੱਚ। ਉੱਥੋਂ ਫਿਰ ਅਸੀਂ ਮੋਹਾਲੀ ਚਲੇ ਗਏ, ਮੋਹਾਲੀ ਸੁਣਿਆ, ਰੱਜ ਕੇ ਸੁਣਿਆ। ਉਦੋਂ ਬਾਅਦ ਫਿਰ ਅਗਲੇ ਸਾਲ ਅਸੀਂ 97 ਜਦੋਂ ਪਾਕਿਸਤਾਨ, ਮੈਂ ਤਾਂ ਜਥੇ 'ਚ ਗਿਆ ਹੋਇਆ ਸ਼੍ਰੋਮਣੀ ਕਮੇਟੀ ਵੱਲੋਂ, ਮੇਰੀ ਸਰਦਾਰਨੀ ਜਸਵਿੰਦਰ ਵੀ ਨਾਲ ਸੀ ਮੇਰੇ, ਤੇ ਅਲਹਮਰਾ ਦੇ ਵਿੱਚ ਲੋਕ ਸੰਗੀਤ ਉਤਸਵ ਰੱਖਿਆ ਹੋਇਆ ਸੀ। ਤਰੀਕਾਂ ਸੇਮ ਸੀ। ਅਸੀਂ ਜਦੋਂ ਵਾਪਸ ਆਏ ਨਨਕਾਣਾ ਸਾਹਿਬ ਤੋਂ ਤਾਂ ਅਲਹਮਰਾ ਦੇ ਵਿੱਚ ਇਹਨਾਂ ਦਾ ਸ਼ੋਅ ਸੀ। ਮੈਂ ਉਹ ਸ਼ੋਅ ਸੁਣਿਆ ਜਾ ਕੇ ਸਾਰਾ। ਉਸ ਦਿਨ ਵੀ ਸ਼ੌਕਤ ਅਲੀ ਭਾਜੀ ਸਾਡੇ ਨਾਲ ਸੀ। ਉਦੋਂ ਬਾਅਦ ਵਿੱਚ ਪਿਆਰ ਪੈ ਗਿਆ। ਉਸੇ ਵਾਰ ਹੀ ਅਸੀਂ ਇਹਨਾਂ ਦੇ ਘਰ ਵੀ ਗਏ। ਉਦੋਂ ਇਹ ਕ੍ਰਿਸ਼ਨ ਨਗਰ 'ਚ ਰਹਿੰਦੇ ਸੀ, ਜਿਹਨੂੰ ਹੁਣ ਇਕਬਾਲ ਟਾਊਨ ਕਹਿੰਦੇ ਨੇ। ਉਹ ਕ੍ਰਿਸ਼ਨ ਨਗਰ 'ਚ ਘਰ ਸੀ ਇਹਨਾਂ ਦਾ, ਤੇ ਬਿਲਕੁਲ ਪਿਛਲੀ ਗਲੀ 'ਚ ਹੀ ਮੈਂ ਕਿਸੇ ਹੋਰ ਦੋਸਤ ਦਾ ਮਹਿਮਾਨ ਸਾਂ, ਤੇ ਮੈਂ ਜਸਵਿੰਦਰ ਸਿੰਘ ਬਲੀਏਵਾਲ, ਮੇਰੀ ਸਰਦਾਰਨੀ, ਇਹਨਾਂ ਦੇ ਘਰ ਗਏ। ਇਹਨਾਂ ਦੇ ਤੇਲ ਚੋ ਕੇ ਗੁੜ ਨਾਲ ਮੂੰਹ ਮਿੱਠਾ ਕਰਾ ਕੇ ਸਾਨੂੰ ਅੰਦਰ ਵਾੜਿਆ, ਤੇ ਸਾਨੂੰ ਇਹਨਾਂ ਨੇ ਬੜੇ ਹੀ ਆਦਰ ਦੇ ਨਾਲ ਆਪਣੇ ਘਰ ਦੇ ਵਿੱਚ ਰਿਸੀਵ ਕੀਤਾ, ਔਰ ਸੋਫੇ ਦੇ ਉੱਤੇ ਸਾਨੂੰ ਬਿਠਾ ਕੇ ਤਿੰਨਾਂ ਨੂੰ, ਤੇ ਆਪ ਸਾਰਾ ਟੱਬਰ ਪੁੰਜੇ ਪੈ ਗਏ ਗਲੀਚੇ ਤੇ ਬੈਠ ਕੇ, ਸਾਰਾ ਟੱਬਰ। ਇਮਰਾਨ ਉਦੋਂ ਸਿਰਫ ਵੱਡਾ ਸੀ ਥੋੜਾ ਜਿਹਾ, ਛੋਟਾ ਪੁੱਤਰ, ਦੋਵੇਂ ਪੁੱਤਰ ਛੋਟੇ, ਮੋਹਸਿਨ ਤੇ ਦੂਸਰਾ, ਇਹ ਉਦੋਂ ਨਿੱਕੇ ਨਿੱਕੇ ਸੀ ਉਦੋਂ ਅਜੇ। ਤੇ ਉਦੋਂ ਬਾਅਦ ਫਿਰ ਭਗਵੰਤ ਮਾਨ ਦੇ ਵਿਆਹ ਤੇ
ਆਏ ਜਦੋਂ ਸ਼ੌਕਤ ਅਲੀ ਭਾਜੀ, ਉਦੋਂ ਤਾਂ ਅਸੀਂ 3-4 ਦਿਨ ਇਕੱਠੇ ਰਹੇ। ਉਦੋਂ ਨਾਲ ਮੋਹਿਸਨ ਸੀ ਜਿਹੜਾ ਬਾਅਦ ਵਿੱਚ ਭਗਵੰਤ ਮਾਨ ਦਾ ਸਰਵਾਲਾ ਵੀ ਬਣਿਆ ਉਸੇ ਵਿਆਹ ਦੇ ਵਿੱਚ ਹੀ। ਸੋ ਬੜੀਆਂ ਖੱਟੀਆਂ ਮਿੱਠੀਆਂ ਯਾਦਾਂ ਨੇ। ਫਿਰ ਜਦੋਂ ਇੱਕ ਵਾਰ ਇਹਨਾਂ ਨੇ ਆਉਣਾ ਸੀ, ਕਪੂਰਥਲੇ ਆਏ ਸ਼ਰਦ ਫੈਸਟੀਵਲ ਦੇ ਉੱਤੇ, ਤੇ ਮੈਨੂੰ ਹਰਭਜਨ ਦਾ ਤੇ ਭਗਵੰਤ ਦਾ ਫੋਨ ਆਇਆ, ਮਾਨ ਹਰਭਜਨ ਦਾ ਤੇ ਭਗਵੰਤ ਮਾਨ ਦਾ, ਕਿਉਂਕਿ ਹਰਭਜਨ ਮਾਨ ਤਾਂ ਉਹਨਾਂ ਨੂੰ ਆਪਣਾ ਪੁੱਤਰ ਹੀ ਮੰਨਦਾ ਸੀ ਨਾ। ਉਹ ਤਾਂ ਉਹਨਾਂ ਦੇ ਰੰਗ 'ਚ ਇਹਨਾਂ ਰੰਗਿਆ ਹੋਇਆ ਸੀ ਕਿ ਬਿਲਕੁਲ ਸ਼ੌਕਤ ਅਲੀ ਭਾਜੀ ਦਾ, ਉਹ ਸਮਝ ਲਓ ਕਿ ਪੈਰ 'ਚ ਪੈਰ ਧਰ ਕੇ ਤੁਰਨ ਵਾਲੇ ਆਰਟਿਸਟਾਂ ਦੇ ਵਿੱਚੋਂ ਆਪਣੇ ਨੂੰ ਮੰਨਦਾ ਉਹ। ਤੇ ਜਦੋਂ ਆਏ, ਪਤਾ ਲੱਗਿਆ ਵੀ ਆ ਰਹੇ ਨੇ ਉਹ, ਤੇ ਇਹਨਾਂ ਨੇ ਮੈਨੂੰ ਆਖਿਆ ਵੀ ਅਸੀਂ ਲੁਧਿਆਣੇ ਦੇ ਵਿੱਚ ਇੱਕ ਨਾ ਲਿਮਟਿਡ ਜੇ ਕੁਝ ਦੋਸਤਾਂ ਦੀ ਗੈਦਰਿੰਗ ਕਰੀਏ ਜਿੱਥੇ ਸ਼ੌਕਤ ਅਲੀ ਭਾਜੀ ਨੂੰ ਸੁਣੀਏ। ਫਿਰ ਪਰਮਿੰਦਰ ਅਸੀਂ ਜੀਜਨ ਖਾਲਸਾ ਕਾਲਜ ਦੇ ਵਿੱਚ ਡਾਕਟਰ ਐਸ ਪੀ ਸਿੰਘ ਨੂੰ ਬੇਨਤੀ ਕੀਤੀ, ਜਿਹੜੇ ਪ੍ਰਧਾਨ ਸੀ ਉਸ ਕਾਲਜ ਦੇ, ਪ੍ਰਿੰਸੀਪਲ ਸਿੰਘ ਕਪੂਰ ਨੂੰ ਗੱਲ ਕੀਤੀ, ਜਿਹੜੇ ਉੱਥੋਂ ਦੇ ਸਰਵਾ ਨੇ, ਬਜ਼ੁਰਗ ਨੇ ਸਾਡੇ। ਉਹਨਾਂ ਨੇ ਕਿਹਾ ਵੀ ਕੋਈ ਗੱਲ ਹੀ ਕੁਛ ਨਹੀਂ, ਕਰੋ ਇੱਥੇ ਫੰਕਸ਼ਨ, ਸ਼ੌਕਤ ਅਲੀ ਦਾ ਆਉਣਾ ਤਾਂ ਵੱਡੀ ਗੱਲ ਹੈ। ਫਿਰ ਪ੍ਰੋਫੈਸਰ ਗੁਣਵੰਤ ਸਿੰਘ ਦੂਆ, ਜਿਹੜੇ ਉਸ ਵੇਲੇ ਹੁਣ ਤਾਂ ਸੁਰਗਵਾਸ ਹੋ ਚੁੱਕੇ ਹੋ, ਉਹਨਾਂ ਨੇ ਰਾਤੋਂ ਰਾਤ ਅਰੇਂਜ ਕਰਕੇ ਸ਼ੌਕਤ ਅਲੀ ਭਾਜੀ ਵਾਸਤੇ ਸੀ, ਔਰ 250-300 ਬੰਦਾ ਅਸੀਂ ਉੱਥੇ ਇਕੱਠਾ ਕਰਕੇ ਉਹਨਾਂ ਨੂੰ ਸ਼ੌਕਤ ਅਲੀ ਭਾਜੀ ਸੁਣਾਏ। ਨਾਲ ਮੋਹਿਸਨ ਵੀ ਆਇਆ ਹੋਇਆ ਸੀ, ਹੁਣ ਤਾਂ ਟੋਰਾਂਟੋ 'ਚ ਵਸਦਾ ਉਹ। ਔਰ ਇੰਨਾ ਵਜਦ 'ਚ ਆ ਕੇ ਗਾਇਆ ਸ਼ੌਕਤ ਸਾਹਿਬ ਨੇ ਉਦੋਂ। ਫਿਰ ਅਸੀਂ ਉਹਨਾਂ ਨੂੰ ਸਾਡੇ ਦੁਗਰੀ ਰੋਡ ਤੇ ਹੋਟਲ ਹੈ, ਉੱਥੇ ਲੈ ਗਏ, ਉੱਥੇ ਰਾਤ ਰਹੇ, ਉੱਥੇ ਸਾਡੇ ਕੋਲ ਰਾਤ ਕੱਟੀ ਉਹਨਾਂ ਨੇ। ਵਿਜੇ ਵਰਮਾ ਸਾਡਾ ਦੋਸਤ, ਉਹਦਾ ਹੋਟਲ ਹੈ ਉੱਥੇ ਲਾ ਮਰੀਡੀਅਨ, ਉਹਦੇ ਠਹਿਰੇ ਹੋ। ਉਦੋਂ ਬਾਅਦ ਵਿੱਚ ਸ਼ੌਕਤ ਅਲੀ ਭਾਜੀ ਨੂੰ ਦੁਬਾਰਾ ਫਿਰ ਮੈਂ ਮਿਲਿਆ 2014 ਜਾ ਕੇ। ਉਹ ਅਸੀਂ ਇੱਕ ਵਰਲਡ ਪੰਜਾਬੀ ਕਾਨਫਰੰਸ 'ਚ ਗਏ ਹੋਏ ਸੀ, ਵਰਲਡ ਪੰਜਾਬੀ ਪੀਸ ਕਾਨਫਰੰਸ ਦੇ ਵਿੱਚ ਫਖਰ ਜ਼ਮਾਨ ਸਾਹਿਬ ਨੇ ਕੀਤੀ ਸੀ ਲਾਹੌਰ ਦੇ ਵਿੱਚ, ਤੇ ਪਾਕ ਹੈਰੀਟੇਜ ਹੋਟਲ 'ਚ ਅਸੀਂ ਠਹਿਰੇ ਹੋਏ ਸੀ। ਔਰ ਪਾਕ ਹੈਰੀਟੇਜ ਹੋਟਲ 'ਚ ਹੀ ਉਹ ਸਾਨੂੰ ਮਿਲਣ ਆ ਗਏ, ਕਿਉਂਕਿ ਟਾਈਮ ਥੋੜਾ ਸੀ ਸਾਡੇ ਕੋਲ, ਅਸੀਂ ਘਰ ਜਾ ਨਹੀਂ ਸੀ ਸਕਣਾ। ਉਹ ਨਾਲ ਲੈ ਕੇ ਇਮਰਾਨ ਨੂੰ ਨਾਲ ਲੈ ਕੇ ਆ ਗਏ, ਤੇ ਮੈਨੂੰ ਉਹ ਘਟਨਾ ਨਹੀਂ ਭੁੱਲਦੀ। ਮੇਰੇ ਕੋਲ ਇੱਕ ਮਫਲਰ ਸੀ ਨੀਲੇ ਰੰਗ ਦਾ, ਨੀਲੀ ਮੇਰੀ ਪੱਗ ਬੰਨੀ ਹੋਈ ਸੀ, ਮੇਰੇ ਮੋਢਿਆਂ ਤੇ ਪਿਆ ਹੋਇਆ, ਤੇ ਇਮਰਾਨ ਕਹਿੰਦਾ ਚਾਚਾ ਮਫਲਰ ਬੜਾ ਸੋਹਣਾ ਬਈ ਤੇਰਾ। ਮੈਂ ਕਿਹਾ ਪੁੱਤ ਮੈਂ ਵਲੈਤੋਂ ਲੈ ਕੇ ਆਇਆ ਸੀ 12 'ਚ। ਮੈਂ ਕਿਹਾ ਚੰਗਾ ਲੱਗਿਆ? ਕਹਿੰਦਾ ਹਾਂ ਬਹੁਤ ਸੋਹਣਾ ਲੱਗਿਆ ਚਾਚਾ, ਤੇਰੇ ਪਾਇਆ ਬਹੁਤ ਸੋਹਣਾ ਲੱਗਦਾ। ਮੈਂ ਉਤਾਰਿਆ ਤੇ ਮੈਂ ਮੋਹਸਨ ਦੇ ਮੋਢਿਆਂ ਤੇ ਰੱਖ ਦਿੱਤਾ। ਉਹ ਨਹੀਂ ਲੈਣਾ, ਮੈਂ ਨਹੀਂ ਲੈਣਾ। ਸ਼ੌਕਤ ਭਾਜੀ ਕਹਿੰਦੇ ਓਏ ਕਮਲਿਆ ਕਿਉਂ ਨਾ ਕਰਦਾ? ਉਹ ਜੇ ਸਾਡੇ ਚਾਚੇ ਨੇ ਦਿੱਤਾ ਹੁੰਦਾ ਅਸੀਂ ਕਦੇ ਨਾ ਕਰਦੇ। ਚਾਚੇ ਨੂੰ ਕਹਿੰਦੇ ਚਾਚਾ ਹੋਰ ਵੀ ਜਿਹੜਾ ਦੇਣਾ ਕੁਛ ਦੇ ਦੇ। ਇਹ ਹੱਕ ਜਿਹੜੇ ਨੇ ਬੇਟੇ, ਨਿੱਕੇ ਨਿੱਕੇ ਹੱਕ ਦੇਣ ਦੇ ਵਿੱਚ ਸ਼ੌਕਤ ਅਲੀ ਭਾਜੀ ਦੀ ਬੁੱਕਲ ਬੜੀ ਵੱਡੀ ਸੀ ਜੀ। ਉਹ ਜਦੋਂ ਸਾਡੇ ਕੋਲ ਇੱਥੇ ਆਏ ਨੇ ਨਾ ਸ਼ਰਦ ਫੈਸਟੀਵਲ ਦੀ, ਤੁਹਾਨੂੰ ਗੱਲ ਦੱਸੇ ਖਾਲਸਾ ਕਾਲਜ 'ਚ ਗਾਉਣ ਵਾਸਤੇ, ਤੇ ਉਹ ਸੁਰਿੰਦਰ ਸ਼ਿੰਦਾ ਦੇ ਬੜੇ ਨੇੜਲੇ ਦੋਸਤ ਨੇ ਸੀਗੇ। ਤੇ ਸ਼ਿੰਦਾ ਇਸ ਗੱਲੋਂ ਨਾਰਾਜ਼ ਵੀ ਸ਼ੌਕਤ ਭਾਜੀ ਸਿੱਧੇ ਮੇਰੇ ਘਰ ਕਿਉਂ ਨਹੀਂ ਆਏ ਜੀ। ਉਹ ਕਿਸੇ ਨੇ ਸ਼ੌਕਤ ਭਾਜੀ ਨੂੰ ਦੱਸਤਾ ਵੀ ਸ਼ਿੰਦਾ ਨਾਰਾਜ਼ ਹੈ, ਤਾਂ ਨਹੀਂ ਫੰਕਸ਼ਨ 'ਚ ਆਇਆ। ਔਰ ਸ਼ੌਕਤ ਭਾਜੀ ਨੇ ਉਚੇਚਾ ਮੰਚ ਤੋਂ ਗੱਲ ਕੀਤੀ, ਕਹਿੰਦੇ ਉਹ ਸ਼ਹਿਰ ਆ ਜਿਹੜਾ ਮੇਰੇ ਯਾਰਾਂ ਦਾ ਸ਼ਹਿਰ ਹੈ, ਜਿਹੜਾ ਮੇਰੇ ਯਾਰ ਕੁਲਦੀਪ ਮਾਨਕ ਦਾ ਸ਼ਹਿਰ ਹੈ, ਜਿਹੜਾ ਸ਼ਹਿਰ ਮੇਰੇ ਸੁਰਿੰਦਰ ਸ਼ਿੰਦੇ ਸਾਨ ਗਵਈਏ ਦਾ ਸ਼ਹਿਰ ਹੈ। ਮੈਂ ਉਹ ਸ਼ਹਿਰ 'ਚ ਗਾ ਰਿਹਾ, ਪਰ ਮੈਨੂੰ ਆਡੀਅנס ਬੈਠੇ ਦਿਸ ਨਹੀਂ ਰਹੇ। ਤੇ ਥੱਲੇ ਨਾ ਬੇਟੇ ਘਾਹ ਦੇ ਉੱਤੇ ਬੈਠੇ ਸੀ ਭਗਵੰਤ ਮਾਨ ਤੇ ਹਰਭਜਨ ਮਾਨ ਤੋਂ ਬੈਠੇ ਸੀ। ਕਹਿੰਦੇ ਕੋਈ ਨੀ ਬਾਪੂ ਗਾ, ਸੀ ਹੁਣੇ ਸੱਦ ਲੈਂਦੇ ਆ। ਅਗਲੇ ਦਿਨ ਸੁਰਿੰਦਰ ਸ਼ਿੰਦੇ ਨਾਲ ਗੱਲ ਕਰਾਈ, ਉਹਨਾਂ ਨੇ ਫਿਰ ਵਾਪਸ ਚਲੇ ਜਾਣਾ ਸੀ। ਮਤਲਬ ਇੰਨੀਆਂ ਪੀੜੀਆਂ ਤੰਦਾਂ ਸੀ ਨਾ ਉਹਨਾਂ ਦੇ ਪਿਆਰ ਦੀਆਂ, ਇੰਨੀਆਂ ਤੰਦਾਂ ਪੀੜੀਆਂ ਸੀ। ਜਦੋਂ ਇੱਕ ਵਾਰ ਇਕਬਾਲ ਮਾਲ ਹੋਰਾਂ ਨੇ ਦੁਰਾਹਾ ਦੇ ਵਿੱਚ ਮਾਤਾ ਜੀ ਸਰਦਾਰਨੀ ਭਗਵੰਤ ਕੌਰ ਦੀ ਯਾਦ ਵਿੱਚ, ਜਿਹੜੇ ਡਾਕਟਰ ਈਸ਼ਵਰ ਸਿੰਘ ਦੀ ਸਰਦਾਰਨੀ ਸਾਹਿਬਾ ਸਨ, ਇੱਕ ਸਮਾਗਮ ਰੱਖਿਆ, ਤੇ ਭਗਵੰਤ ਕੌਰ ਨੂੰ ਮਤਲਬ ਬੀਜੀ ਕਹਿੰਦੇ ਸੀ ਆਪਣੇ ਇਕਬਾਲ ਮਾਲ ਹੋਰੀ, ਕਿਉਂਕਿ ਬਚਪਨ ਦੇ ਵਿੱਚ ਉਹਨਾਂ ਦੇ ਕੋਲ ਬਹੁਤ ਲੰਮਾ ਸਮਾਂ ਉਹਨਾਂ ਨੇ ਕੱਟਿਆ ਸੀ ਜੀ। ਤੇ ਉਹਨਾਂ ਦੀ ਯਾਦ ਸਮਾਗਮ ਸੀ, ਤੇ ਸ਼ੌਕਤ ਅਲੀ ਭਾਜੀ ਦੇ ਆਉਣ ਦਾ ਇੱਕ ਪੱਕਾ 100% ਯਕੀਨ ਸੀ ਕਿ ਉਹ ਆ ਰਹੇ ਨੇ। ਪਰ ਅਲਟੀਮੇਟਲੀ 11th ਆਵਰ ਤੇ ਵੀਜ਼ਾ ਨਾ ਮਿਲਿਆ ਜੀ। ਬੜਾ ਉਦਾਸੀ ਮਨ ਨੂੰ, ਬੜੀ ਉਦਾਸੀ ਮਨ ਨੂੰ, ਬਹੁਤ ਉਦਾਸੀ ਮਨ ਨੂੰ। ਫਿਰ ਹਰਭਜਨ ਮਾਨ ਨੇ ਉੱਥੇ ਗਾਇਆ, ਅਸੀਂ ਸ਼ੌਕਤ ਅਲੀ ਭਾਜੀ ਨੂੰ ਬਹੁਤ ਚੇਤੇ ਕੀਤਾ। ਹੁਣ ਵੀ ਮੇਰੇ ਖਿਆਲ 6 ਮਹੀਨੇ ਨਹੀਂ ਹੋਏ, ਅਸੀਂ ਆਨਲਾਈਨ ਸੈਮੀਨਾਰ ਸੀ ਪੰਜਾਬ ਇੰਸਟੀਚਿਊਟ ਆਫ ਲੈਂਗੁਏਜ ਐਂਡ ਕਲਚਰ ਵੱਲੋਂ, ਲਾਹੌਰ ਵੱਲੋਂ, ਸੋ ਡਾਕਟਰ ਸੁੰਦਰ ਸਦਫ ਵੱਲੋਂ ਰੱਖਿਆ ਹੋਇਆ ਇਹ ਆਪਣੇ ਆਲਮ ਲੋਹਾਰ ਸਾਹਿਬ ਬਾਰੇ। ਔਰ ਪੈਨਲਿਸਟ ਜਿਹੜੇ ਅਸੀਂ ਡਿਸਕਸ਼ਨ ਕਰਨ ਵਾਲੇ ਲੋਕ ਸਾਂ, ਉਹਨਾਂ 'ਚ ਪਾਕਿਸਤਾਨ ਦੇ ਵਿੱਚੋਂ ਆਪਣਾ ਸੀਗਾ ਅਤਾਉल्ला ਖਾਂ ਈਸਾ ਖੇਲਵੀ, ਸ਼ੌਕਤ ਅਲੀ ਭਾਜੀ, ਸੁਰਈਆ ਮੁਲਤਾਨੀਕਰ ਉਹਨਾਂ ਦੀ ਬੇਟੀ, ਤੇ ਇੱਧਰੋਂ ਸਾਂ ਮੈਂ ਸੀ, ਹਰਭਜਨ ਮਾਨ ਸੀ,
ਪੰਮੀ ਬਾਈ ਸੀ, ਤੇ ਉਸ ਦਿਨ ਕੁਝ ਗੱਲਾਂ ਉਹਨਾਂ ਨੇ ਐਸੀਆਂ ਦੱਸੀਆਂ ਜਿਹੜੀਆਂ ਸਾਨੂੰ ਪਤਾ ਹੀ ਨਹੀਂ ਸੀ। ਉਹ ਕਹਿੰਦੇ ਤੈਨੂੰ ਛੋਟੇ ਭਾਈ ਪਤਾ ਨਹੀਂ ਹੋਣਾ, ਆਲਮ ਲਹਾਰ ਨੂੰ ਚਿਮਟੇ ਨਾਲ ਗਾਉਣਾ ਮੇਰੇ ਸਹੁਰਾ ਸਾਹਿਬ ਨੇ ਆਖਿਆ ਸੀ ਵੀ ਇਹਦੇ ਨਾਲ ਗਾਇਆ ਕਰ, ਤੂੰ ਪਹਿਲਾਂ ਤੂੰਬੇ ਨਾਲ ਗਾਉਂਦਾ ਹੁੰਦਾ ਸੀ ਕਹਿੰਦੇ ਉਹ ਵੀ। ਫਿਰ ਉਹਨਾਂ ਨੇ ਮੈਨੂੰ ਇੱਕ ਰਿਕਾਰਡਿੰਗ ਭੇਜੀ ਜਿਹੜੀ ਉਹਨਾਂ ਦੇ ਸਹੁਰਾ ਸਾਹਿਬ ਨਾਲ ਆਲਮ ਲਹਾਰ ਸਾਹਿਬ ਦੀ ਸੀਗੀ, ਤੇ ਵਜਦ ਚ ਆ ਕੇ ਜਿੰਨਾ ਖੂਬਸੂਰਤ ਉਹਨਾਂ ਨੇ ਗੱਲਾਂ ਸੁਣਾਈਆਂ ਮੈਨੂੰ ਆ ਕੇ। ਉਹ ਤੋਂ ਕੁਝ ਦਿਨਾਂ ਬਾਅਦ ਫਿਰ ਸਿੱਕ ਹੋ ਕੇ ਬਿਮਾਰ ਹੋ ਗਏ, ਪਰ ਉਹਦੇ ਵਿੱਚ ਉਹਨਾਂ ਨੇ ਫਿਰ ਇੱਕ ਹੋਰ ਸੈਮੀਨਾਰ ਚ ਵੀ ਮੇਰੇ ਨਾਲ ਪਾਰਟੀਸਪੇਟ ਕੀਤਾ। ਉਹ ਸੀ ਮੀਆਂ ਮੁਹੰਮਦ ਬਖਸ਼ ਸਾਹਿਬ ਬਾਰੇ, ਉਹ ਵੀ ਪਿਲਾਕ ਵੱਲੋਂ ਹੀ ਸੀਗਾ, ਪੰਜਾਬ ਇੰਸਟੀਚਿਊਟ ਆਫ ਲੈਂਗੁਏਜ ਐਂਡ ਕਲਚਰ ਵੱਲੋਂ ਸੀਗਾ, ਡਾਕਟਰ ਸੁਖਾ ਸਦਫ ਵੱਲੋਂ। ਔਰ ਹੁਣ 2 ਮਹੀਨੇ ਪਹਿਲਾਂ 3 ਸ਼ਾਇਦ ਹੋ ਗਏ ਹੋਣਗੇ, ਇਮਰਾਨ ਦਾ ਫੋਨ ਆਇਆ ਕਿ ਅੰਕਲ ਪਤਾ, ਚਾਚਾ ਪਤਾ ਕਰ, ਤੇਰੇ ਮੁਲਕ ਦੇ ਵਿੱਚ ਪਤਾ ਲੱਗਿਆ ਕਿਡਨੀਜ਼ ਦੀ ਟ੍ਰਾਂਸਪਲਾਂਟੇਸ਼ਨ ਸੌਖੀ ਹੈ ਜੀ, ਕੀ ਸੰਭਵ ਹੈ ਕਿ ਪਾਕਿਸਤਾਨ ਨੈਸ਼ਨਲ ਜਿਹੜਾ ਹੈਗਾ ਇੱਥੇ ਕਰਵਾ ਸਕਦਾ ਆ ਕੇ। ਉਦੋਂ ਕਰੋਨਾ ਆਪਣਾ ਖੰਭ ਪਸਾਰ ਚੁੱਕਿਆ ਸੀ ਜੀ, ਅਸੀਂ ਪਤਾ ਕੀਤਾ ਸੀ, ਪਰ ਉਹ ਐਡਾ ਸੌਖਾ ਕੰਮ ਨਹੀਂ ਸੀ ਜੀ। ਫਿਰ ਅਪੀਲਸ ਕੀਤੀਆਂ ਕਿ ਉਹਨਾਂ ਦੇ ਇਲਾਜ ਦਾ ਕੋਈ ਪ੍ਰਬੰਧ ਪੰਜਾਬ ਸਰਕਾਰ ਕਰੇ। ਉਧਰ ਵੀ ਪੰਜਾਬ ਸਰਕਾਰ ਜਿਹੜੀ ਹੈ, ਰਾਏ ਜ਼ਿਜ਼ੁੱਲਾ ਸਾਹਿਬ ਸਾਡੇ ਦੋਸਤ ਨੇ, ਵੱਡੇ ਵੀਰ ਨੇ, ਉਹਨਾਂ ਨੂੰ ਰਿਕੁਐਸਟ ਕੀਤੀ, ਕਿਉਂਕਿ ਉਹ ਇਮਰਾਨ ਖਾਨ ਹੋਰਾਂ ਦੇ ਉਹ ਕਲਾਸ ਫੈਲੋ ਨੇ, ਸੱਜਣ ਨੇ, ਪਿਆਰੇ ਨੇ, ਮੈਂਬਰ ਪਾਰਲੀਮੈਂਟ ਰਹੇ ਨੇ ਪਹਿਲਾਂ ਆਪ ਖੁਦ। ਉਹਨਾਂ ਨੇ ਕੋਸ਼ਿਸ਼ ਕੀਤੀ, ਪਰ ਇਨ ਦਾ ਮੀਨ ਟਾਈਮ ਸਿੰਧ ਗਵਰਨਮੈਂਟ ਫੈਸਲਾ ਲੈ ਚੁੱਕੀ ਸੀ ਉਹਨਾਂ ਦੇ ਇਲਾਜ ਦਾ ਪੂਰਾ ਪ੍ਰਬੰਧ ਕਰਨ ਵਾਸਤੇ। ਉਹ ਲੈ ਵੀ ਗਏ, ਇਲਾਜ ਵੀ ਉਹਨਾਂ ਦਾ ਸ਼ੁਰੂ ਹੋ ਗਿਆ। ਫਿਰ ਪਾਕਿਸਤਾਨ ਆਰਮੀ ਦੇ ਚੀਫ ਜਿਹੜੇ ਨੇ ਮਿਸਟਰ ਬਾਜਵਾ, ਉਹਨਾਂ ਨੇ ਆਖਿਆ ਕਿ ਨਹੀਂ, ਇਲਾਜ ਅਸੀਂ ਕਰਵਾਵਾਂਗੇ, ਪੰਜਾਬੀਆਂ ਦਾ ਸਾਡਾ ਸ਼ੇਰ ਹੈ, ਇਹਨੇ ਹਮੇਸ਼ਾ ਹੁੱਬਲੇ ਵਤਨੀ ਜਿਹੜੀ ਹੈਗੀ ਉਹਦਾ ਗੀਤ ਗਾਇਆ, ਹਮੇਸ਼ਾ ਮੁਹੱਬਤ ਦੀ ਗੱਲ ਕੀਤੀ ਹੈ, ਪਿਆਰ ਅਮਨ ਦੀ ਗੱਲ ਕੀਤੀ ਹੈ। ਔਰ ਹੁਣ ਵੀ ਜਦੋਂ ਆਖਰੀ ਸਵਾਸ ਲਏ ਨੇ, ਉਹ ਜਿਹੜਾ ਉਹਨਾਂ ਦਾ 3 ਸੈਨਾਵਾਂ ਦਾ ਸਾਂਝਾ ਹਸਪਤਾਲ ਹੈ ਆਰਮੀ ਦਾ, ਉਹਦੇ ਵਿੱਚ ਹੀ ਜੇਰੇ ਇਲਾਜ ਸਨ। ਔਰ ਉਹਨਾਂ ਦੇ ਦੋਵੇਂ ਪੁੱਤਰ ਉਹਨਾਂ ਦੀ ਬਿਮਾਰ ਪੁਰਸੀ ਕਰ ਰਹੇ ਸੀ। ਮੋਹਸਨ ਵੀ ਟੋਰਾਂਟੋ ਸ਼ਾਇਦ ਹੋਵੇ ਇਸ ਵੇਲੇ, ਉਹ ਨਹੀਂ ਮੈਨੂੰ ਫੋਟੋ 'ਚ ਦੱਸਿਆ। ਬਾਕੀ ਮੈਨੂੰ ਲੱਗਦਾ ਕਿ ਸ਼ੌਕਤ ਅਲੀ ਭਾਜ ਦਾ ਜਾਣਾ, ਮੈਨੂੰ ਲੱਗਦਾ ਕਿ ਜਿਵੇਂ 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 ਆਕਾਸ਼ ਵਿੱਚੋਂ ਚੰਦਰਮਾ ਗੈਰ ਹਾਜ਼ਰ ਹੋ ਜਾਵੇ, ਜਿਵੇਂ ਸੂਰਜ ਗੈਰ ਹਾਜ਼ਰ ਹੋਵੇ, ਆ ਕੁਛ ਦਿਨ ਤੇ ਇਸ ਤਰ੍ਹਾਂ ਲੱਗੇਗਾ। ਅਲਟੀਮੇਟਲੀ ਦੁੱਖ ਤਾਂ ਬੇਟੇ ਉਹ ਟੋਏ ਨੇ ਜਿਹੜੇ ਆਲੇ ਦੁਆਲੇ ਦੀ ਮਿੱਟੀ ਖੁਰ ਖੁਰ ਕੇ ਭਰ ਜਾਂਦੇ ਨੇ, ਪਰ ਇਹ ਉਹ ਦਰਦ ਹੈ ਜਿਹੜਾ ਸ਼ੌਕਤ ਅਲੀ ਭਾਜੀ ਦੇ ਗਏ ਨੇ, ਜਿਹੜਾ ਥੋੜੀ ਕੀਤਾ ਭਰਨ ਵਾਲਾ ਨਹੀਂ ਹੈ ਜੀ। ਤੇ ਗੁਰਭਜਨ ਜੀ, ਜਿਵੇਂ ਤੁਸੀਂ ਜਿਸ ਸ਼ਖਸੀਅਤ ਦੇ ਬਾਰੇ ਚ ਇੰਨੀਆਂ ਡੂੰਘੀਆਂ ਗੱਲਾਂ ਕਰ ਰਹੇ ਸੀ, ਤੇ ਸੁਣ ਕੇ ਮੈਂ ਮਹਿਸੂਸ ਕਰ ਰਹੀ ਸੀ ਕਿ ਮੈਂ ਵੀ ਉਸ ਵੇਲੇ ਸ਼ਾਇਦ ਤੁਹਾਡੇ ਨਾਲ ਹੀ ਚੱਲ ਰਹੀ ਹਾਂ। ਉਹ ਮਾਹੌਲ ਇਸ ਵੇਲੇ ਮੈਨੂੰ ਏਦਾਂ ਮਹਿਸੂਸ ਹੋ ਰਿਹਾ ਸੀ। ਕੋਈ ਆਪਣਾ ਪਿਆਰਾ ਸਾਡੇ ਤੋਂ ਵਿਛੜ ਜਾਏ, ਦੁੱਖ ਤਾਂ ਹਮੇਸ਼ਾ ਹੁੰਦਾ ਹੈ ਤੇ ਉਹ ਕਮੀ ਕੋਈ ਨਹੀਂ ਭਰ ਸਕਦਾ ਹੁੰਦਾ, ਪਰ ਇਸ ਵੇਲੇ ਸਮਾਂ ਜਿਹੜਾ ਹੈ ਉਹ ਬੜਾ ਬਲਵਾਨ ਹੋ ਕੇ ਸਾਡੇ ਸਾਹਮਣੇ ਆਣ ਖੜਾ ਹੋਇਆ ਹੈ। ਗੱਲਾਂ ਬਾਤਾਂ ਫੇਰ ਤੋਂ ਅਗਲੇ ਪ੍ਰੋਗਰਾਮ 'ਚ ਤੁਹਾਡੇ ਨਾਲ ਕਰਾਂਗੇ। ਅੱਜ ਦੇ ਪ੍ਰੋਗਰਾਮ 'ਚ ਇੰਨੀਆਂ ਚੰਗੀਆਂ ਤੇ ਵਿਸਥਾਰਪੂਰਵਕ ਗੱਲਾਂ ਸਾਂਝੀਆਂ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਮੈਂ ਸ਼ੁਕਰਾਨਾ ਕਰਦਾ। ਇੱਕ ਮੇਰਾ ਬਹੁਤ ਪਿਆਰਾ ਪੁੱਤਰ ਵੀ ਇਹਨਾਂ ਸਮਿਆਂ ਦੇ ਵਿੱਚ ਗੈਰ ਹਾਜ਼ਰ ਹੋਇਆ ਦੁਨੀਆ ਤੋਂ, ਹਰਵਿੰਦਰ ਰਿਆੜ, ਜਿਹੜਾ ਅਮਰੀਕਾ ਦੇ ਵਿੱਚ ਬਾਜ਼ ਟੀਵੀ ਚਲਾਉਂਦਾ ਸੀ, ਅਖਬਾਰ ਚਲਾਉਂਦਾ ਸੀ ਆਪਣਾ, ਪੰਜਾਬੀ ਰਾਈਟਰ ਵੀਕਲੀ, ਨਿਊ ਜਰਸੀ 'ਚ। ਜਦੋਂ ਤੁਹਾਡਾ ਪ੍ਰੋਗਰਾਮ ਟੈਲੀਕਾਸਟ ਹੋ ਰਿਹਾ ਹੋਵੇਗਾ, ਉਹਦਾ ਸਰੀਰ ਅਗਨ ਭੇਟ ਹੋ ਰਿਹਾ ਹੋਵੇਗਾ। ਮੈਂ ਉਹਨਾਂ ਤੀਰਾਂ ਨਾਲ ਬਿੰਨਿਆ ਹੋਇਆ ਇਹਨਾਂ ਦਿਨਾਂ ਦੇ ਵਿੱਚ, ਜਿਹੜੇ ਲੱਗਦਾ ਕਿ ਸਾਰੇ ਤੀਰ ਮੈਨੂੰ ਵੱਜੇ ਹੋਏ ਨੇ, ਜਿਹੜੇ ਤੀਰਾਂ ਦੀ ਪੀੜ ਸਹਿਣ ਦੇ ਬਾਵਜੂਦ ਪੁੱਤਰ ਮੈਂ ਤੁਹਾਡੇ ਨਾਲ ਗੱਲਾਂ ਕਰ ਸਕਿਆ। ਸੋ ਪੰਜਾਬੀ ਨੈਸ਼ਨਲ ਟੀਵੀ ਦੇ ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਇਹਨਾਂ ਮੇਰੇ ਪਿਆਰਿਆਂ ਦੀਆਂ ਵਿਛੜੀਆਂ ਰੂਹਾਂ ਵਾਸਤੇ ਅਰਦਾਸ ਕਰਿਓ ਕਿ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ, ਔਰ ਪਰਿਵਾਰਾਂ ਨੂੰ, ਸਾਨੂੰ ਸਾਰਿਆਂ ਨੂੰ ਏਡੇ ਵੱਡੇ ਸਦਮੇ ਝੱਲਣ ਦਾ ਬਲ ਬਖਸ਼ੇ। ਔਰ ਨਾਲ ਹੀ ਅਰਦਾਸ ਕਰਿਓ ਕਿ ਪਿਆਰੇ ਨਾ ਨਿਖੜਨ, ਈਵਨ ਦੁਸ਼ਮਣ ਦੀ ਵੀ ਅੱਖ ਵਿੱਚ ਅਥਰੂ ਹੁਣ ਨਾ ਜਾਣ ਦੇ ਰਹੇ ਜੀ। ਬਹੁਤ ਖੂਬ। ਤੇ ਗੁਰਭਜਨ ਜੀ, ਇੱਕ ਵਾਰ ਫੇਰ ਤੋਂ ਅੱਜ ਦੇ ਪ੍ਰੋਗਰਾਮ 'ਚ ਇੰਨਾ ਸਮਾਂ ਕੱਢਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਸ਼ੁਕਰਾਨਾ ਭੈਣੇ, ਬਹੁਤ ਚੰਗਾ ਲੱਗਾ ਪਰਮਿੰਦਰ, ਥੈਂਕ ਯੂ, ਮਿਹਰਬਾਨੀ।